ਹੈਲੋ ਸਟੂਡੈਂਟ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਸਹੀ ਹੋਣੇ ਆ। ਤਾਂ ਮੈਂ ਆਸ਼ੀਸ਼ ਅੱਜ ਤੁਹਾਡੇ ਲਈ ਇੱਕ ਫਿਰ ਤੋਂ ਨਈ ਕੁਐਸਚਨ ਜਿਹੜੇ ਲੈ ਕੇ ਆਇਆ। ਤਾਂ ਉਹ ਜਿਹਦਾ ਆਪਾਂ ਡਿਸਕਸ ਕਰਨਾ ਹੈਗਾ ਜੀ ਕੰਪਿਊਟਰ ਦੇ ਕੁਐਸਚਨ ਫॉर ਅਸਿਸਟੈਂਟ ਜੇਲ ਸੁਪਰਡੈਂਟੈਂਟ ਤੇ ਬਿਗਨਰਸ ਤੇ ਐਡਵਾਂਸ ਲੈਵਲ ਤੱਕ। ਜੇਕਰ ਤੁਹਾਨੂੰ ਕੰਪਿਊਟਰ ਨਹੀਂ ਵੀ ਆਉਂਦਾ ਫਿਰ ਵੀ ਤੁਸੀਂ ਇਸ ਨੂੰ ਪੜ੍ਹ ਕੇ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਪਤਾ ਚੱਲ ਜਾਣਾ ਕਿ ਤੁਹਾਡੇ ਕੋਲ ਪੇਪਰ 'ਚ ਕਿਹੋ ਦੇ ਟਾਈਪ ਦੇ ਕੁਐਸਚਨ ਆਉਂਦੇ ਨੇ ਤੇ ਤੁਹਾਨੂੰ ਕਿਹੋ ਦੀ ਤਿਆਰੀ ਜਿਹੜੀ ਹੈਗੀ ਕਰਨੀ ਚਾਹੀਦੀ ਹੈ। ਤਾਂ ਚਲਿਏ ਆਪਾਂ ਸਟਾਰਟ ਕਰਦੇ ਹਾਂ ਜੇਲ ਅਸਿਸਟੈਂਟ ਜੇਲ ਸੁਪਰਡੈਂਟੈਂਟ ਬਾਰੇ। ਤੇ ਇਹਦੇ 'ਚ ਆਪਾਂ ਸਿੱਖੂਗੇ ਕਿ ਤੁਹਾਡੇ ਕੋਲ ਪੇਪਰ ਕਿਹੋ ਦੇ ਟਾਈਪ ਦਾ ਆਉਂਦਾ ਹੈਗਾ। ਉਹ ਕੰਪਿਊਟਰ ਦੇ ਕੁਐਸਚਨ ਉਹ ਤੁਹਾਡੇ ਕੋਲ ਕਿਹੋ ਦੇ ਏਰੀਆ ਨੇ, ਕਿਹੜੇ ਕਿਹੜੇ ਏਰੀਆ ਨੇ ਜਿਨ੍ਹਾਂ 'ਚ ਤੁਹਾਨੂੰ ਆਪਣੀ ਪਕੜ ਬਣਾਉਣੀ ਪੈਣੀ ਹੈਗੀ ਹੈ। ਤਾਂ ਚਲਿਏ ਆਪਾਂ ਸਟਾਰਟ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਦੱਸਣਾ ਚਾਹੂੰਗਾ। ਉਹ ਗੱਲ ਹੈਗੀ ਹੈ ਜੋ ਗਿਆਨਮ ਤੁਹਾਨੂੰ ਪੜ੍ਹਾਉਂਦਾ ਹੈ ਉਹੀ ਪੇਪਰਾਂ 'ਚ ਸਾਡੇ ਕੋਲ ਆਉਂਦਾ ਹੈਗਾ। ਤਾਂ ਜੇਕਰ ਤੁਹਾਨੂੰ ਮੈਂ ਇਹਦਾ ਇੱਕ ਐਗਜ਼ਾਮਪਲ ਦੇਵਾਂ, ਤੁਸੀਂ ਹੁਣੇ ਮੇਰੇ ਨਾਲ ਦੇਖਣਾ, ਤੁਸੀਂ ਕਾਫੀ ਬੱਚਿਆਂ ਸਾਡੇ ਨਾਲ ਕਾਫੀ ਟਾਈਮ ਤੋਂ ਤਿਆਰੀ ਵੀ ਕਰ ਰਹੇ ਨੇ। ਅਤੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਵੀ ਚਾਹੂੰਗਾ। ਤੁਸੀਂ ਕਾਫੀ ਬੱਚਿਆਂ ਨੇ ਸਾਡੇ ਕੋਲ ਉਹ ਲਾਈਵ ਪੜ੍ਹਿਆ ਵੀ ਹੈਗਾ। ਤਾਂ ਉਹਦਾ ਹੀ ਮੈਂ ਤੁਹਾਡੇ ਕੋਲ ਇੱਕ ਜਿਹੜਾ ਸਕਰੀਨਸ਼ੋਟ ਹੈ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਤਾਂ ਇਹ ਹੈਗਾ ਤੁਹਾਡੇ ਕੋਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ। ਜੇਕਰ ਗੱਲ ਕਰੀਏ ਇਹ ਹੈਗਾ ਤੁਹਾਡੇ ਕੋਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਜਿਹੜਾ ਕਿ 2019 ਨੂੰ ਹੋਇਆ ਸੀਗਾ। 22 ਦਸੰਬਰ 2000 ਪਿਛਲੇ ਸਾਲ 19 ਨੂੰ ਹੋਇਆ ਸੀਗਾ। ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਜੋ ਗਿਆਨਮ ਨੇ ਤੁਹਾਨੂੰ ਪੜ੍ਹਾਇਆ ਸੀਗਾ ਉਹੀ ਤੁਹਾਡੇ ਪੇਪਰਾਂ 'ਚ ਡਾਇਰੈਕਟ ਐਸ ਸੱਚ ਕੁਐਸਚਨ ਆ ਗਏ। ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹ ਕੁਐਸਚਨ ਨੰਬਰ 89 ਸੀਗਾ ਜਿਹੜਾ ਕਿ ਮੈਂ ਆਪਣੀ ਲਾਈਵ ਕਲਾਸ 'ਚ ਤੁਹਾਨੂੰ ਕਰਾਇਆ ਸੀਗਾ। ਕਾਫੀ ਸਟੂਡੈਂਟ ਨੇ ਮੇਰੇ ਨਾਲ ਤਿਆਰੀ ਕੀਤੀ ਸੀਗੀ। ਤੁਸੀਂ ਦੇਖ ਸਕਦੇ ਹੋ ਹੁਣ ਵੀ ਤੁਹਾਨੂੰ ਇਹ YouTube 'ਤੇ ਮਿਲ ਜਾਣਾ। ਉਰੇ ਤੁਹਾਡੇ ਕੋਲ ਟਾਈਟਲ ਵੀ ਲਿਖਿਆ ਹੈ ਲਾਈਵ ਕੰਪਿਊਟਰ ਅਵੇਅਰਨੈਸ ਲੈਕਚਰ 3 ਸੀਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਂਡ PSPCL ਬਾਰੇ। ਤਾਂ ਇਹ ਜਿਹੜਾ ਕੁਐਸਚਨ ਸੀਗਾ ਮੈਂ ਤੁਹਾਨੂੰ ਉੱਥੇ ਕਰਾਇਆ ਸੀਗਾ। ਠੀਕ ਹੈ। ਤਾਂ ਆਹ ਜਿਹੜਾ ਕੁਐਸਚਨ ਹੈਗਾ ਪੂਰਾ ਦਾ ਪੂਰਾ ਕੁਐਸਚਨ ਡਿਟੋ ਤੁਹਾਡੇ ਕੋਲ ਉਰੇ ਆ ਗਿਆ। ਤਾਂ ਹੀ ਆਪਾਂ ਤੁਹਾਨੂੰ ਕਹਿ ਰਹੇ ਨੇ ਕਿ ਜਿਹੜਾ ਗਿਆਨਮ ਤੁਹਾਨੂੰ ਪੜ੍ਹਾਉਂਦਾ ਉਹੀ ਤੁਹਾਡੇ ਪੇਪਰਾਂ 'ਚ ਆਉਂਦਾ ਹੈ। ਠੀਕ ਹੈ। ਤਾਂ ਇਹ ਜਿਹੜਾ ਕੁਐਸਚਨ ਸੀਗਾ ਡਾਇਰੈਕਟ ਸੀਗਾ। ਤਾਂ ਤੁਸੀਂ ਦੇਖ ਵੀ ਸਕਦੇ ਹੋ ਕਿ 22 ਦਸੰਬਰ 2019 'ਚ ਪੇਪਰ ਹੋਇਆ ਸੀਗਾ। ਅਤੇ ਉਸ ਤੋਂ ਪਹਿਲਾਂ ਆਪਾਂ ਲਾਈਵ ਕਲਾਸਾਂ ਤੁਹਾਡੇ ਲਈ ਕਰਾਈਆਂ ਸੀਗੀਆਂ ਜਿਹਦੇ 'ਚ ਮੈਂ ਤੁਹਾਨੂੰ ਸਾਰੀ ਚੀਜ਼ਾਂ ਦੱਸੀਆਂ ਸੀਗੀਆਂ। ਅਤੇ ਹੋਰ ਵੀ ਕਾਫੀ ਕੁਐਸਚਨ ਤੁਹਾਨੂੰ ਡਾਇਰੈਕਟ ਮਿਲੇ ਸੀਗੇ। ਉਹਨਾਂ ਦਾ ਇੱਕ ਅਗਲਾ ਪਾਰਟ ਹੈਗਾ ਇਹ DVD। ਅਤੇ DVD ਤੁਹਾਨੂੰ ਲੱਗਦਾ ਹੋਣਾ ਜੀ ਸਾਰਾ ਕੁਐਸਚਨ ਤਾਂ ਬੜਾ ਹੀ ਸੌਖਾ ਹੈ। ਨੋ ਡਾਊਟ ਬੱਚਿਓ ਕੁਐਸਚਨ ਸੌਖਾ ਹੁੰਦਾ, ਪਰ ਤੁਹਾਨੂੰ ਇਹ ਕਿੱਦਾਂ ਪਤਾ ਲੱਗੂਗਾ ਕਿ ਆਪਾਂ ਤੁਹਾਨੂੰ ਕਰਾਇਆ ਸੀਗਾ ਕਿ ਨਹੀਂ ਕਰਾਇਆ। ਤੁਸੀਂ ਸਾਡੀ ਲਾਈਵ ਕਲਾਸਾਂ ਦੇਖ ਸਕਦੇ ਹੋ। ਤੁਸੀਂ ਸਾਡੀਆਂ ਕਲਾਸਾਂ ਜਿਹੜੀਆਂ ਨੇ ਪੇਪਰਾਂ 'ਤੇ ਪਹਿਲਾਂ ਹੀ ਹੋਈਆਂ ਸੀਗੀਆਂ ਅਤੇ ਤੁਸੀਂ ਉੱਤੇ ਮੇਰੇ ਨਾਲ ਪੜ੍ਹਿਆ ਸੀਗਾ ਸਾਰੀਆਂ ਦੀ ਸਾਰੀਆਂ ਚੀਜ਼ਾਂ। PSPCL 'ਚ ਵੀ ਸਾਡੇ ਕਾਫੀ ਕੁਐਸਚਨ ਡਾਇਰੈਕਟ ਦਿਖੇ ਗਏ ਸੀਗੇ। ਅਤੇ ਇਹ ਜਿਨ੍ਹਾਂ ਬੱਚਿਆਂ ਨੇ ਪੇਪਰ ਦਿੱਤਾ ਹੈਗਾ ਉਹਨਾਂ ਨੂੰ ਸਾਰਾ ਇਹਨੂੰ ਪਤਾ ਹੋਣਾ। ਅੱਜ ਦੀ ਡੇਟ 'ਚ ਜੇਕਰ ਤੁਸੀਂ ਪੇਪਰ ਨਹੀਂ ਵੀ ਦਿੱਤਾ ਤਾਂ ਤੁਸੀਂ ਇਹਦੀ ਵੈਲਿਡਿਟੀ ਚੈੱਕ ਕਰਨ ਲਈ ਤੁਸੀਂ ਇੰਟਰਨੈਟ ਤੋਂ ਪੇਪਰ ਕੱਢ ਸਕਦੇ ਹੋ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ 22 ਤਰੀਕ ਨੂੰ ਹੋਇਆ ਸੀਗਾ 22/12/2019 ਨੂੰ। ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਇਹ ਕੁਐਸਚਨ ਨੰਬਰ ਉਹੀ ਸੀਗਾ ਕਿ ਜਿਹੜਾ ਸਰ ਕਰਾ ਰਹੇ ਨੇ ਕਿ ਨਹੀਂ। ਅਤੇ ਨਾਲੇ ਤੁਸੀਂ ਸਾਡੀ ਵੈਲੀਡੇਸ਼ਨ ਵੀ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਅਤੇ ਹੁਣ ਆਪਾਂ ਗੱਲ ਕਰੀਏ ਅਗਲਾ ਕੁਐਸਚਨ। ਇਹ ਵੀ ਜਿਹੜਾ ਹੈਗਾ ਇਹ ਡਾਇਰੈਕਟ ਕੁਐਸਚਨ ਤੁਹਾਡੇ ਕੋਲ ਦੇਖੋ ਜੀ ਪ੍ਰਿੰਟਰ। ਅਗਲਾ ਕੁਐਸਚਨ ਜਿਹੜਾ ਹੈਗਾ ਤੁਹਾਡੇ ਕੋਲ ਡਾਇਰੈਕਟ ਸੀਗਾ ਜੀ ਪ੍ਰਿੰਟਰ ਰੈਜੋਲੂਸ਼ਨ ਮੈਜ਼ਰ ਕਰਨ ਦਾ। ਤਾਂ ਉਹ ਵੀ ਮੈਂ ਤੁਹਾਨੂੰ ਕਲਾਸਾਂ 'ਚ ਕਰਾਇਆ ਸੀਗਾ ਪੰਜਾਬ ਜੋਬ ਬਾਰੇ ਡੋਟ ਪਰ ਇੰਚ। ਅਤੇ ਇਹ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਸੀਗੇ ਤੁਹਾਡੇ ਡਾਇਰੈਕਟ ਪੇਪਰਾਂ 'ਚ ਪੁੱਛੇ ਗਏ ਸੀਗੇ। ਤਾਂ ਇਸ ਕਰਕੇ ਆਪਾਂ ਤੁਹਾਨੂੰ ਇਹ ਗੱਲ ਕਹਿ ਰਹੇ ਨੇ ਕਿ ਜੋ ਗਿਆਨ ਤੁਹਾਨੂੰ ਪੜ੍ਹਾਉਂਦਾ ਹੈਗਾ ਉਹੀ ਤੁਹਾਡੇ ਪੇਪਰਾਂ 'ਚ ਆਉਂਦਾ ਹੈਗਾ। ਤਾਂ ਹੁਣ ਆਪਾਂ ਗੱਲ ਕਰੀਏ ਵੀ ਆਪਾਂ ਪਹਿਲੇ ਦੇਖਣੇ ਨੇ ਜਿਹੜਾ ਜੇਲ੍ਹ ਸੁਪਰਡੈਂਟੈਂਟ ਦਾ ਪੇਪਰ ਹੈਗਾ ਉਹਦੇ 'ਚ ਆਪਾਂ 10 ਕੁਐਸਚਨ ਪਹਿਲੇ ਚੈੱਕ ਕਰਨੇ ਕਿ ਉਹਨਾਂ ਦਾ ਲੈਵਲ ਕਿਹੋ ਜਿਹਾ ਸੀਗਾ। ਅਤੇ ਨਾਲ ਦੇ ਨਾਲ ਅੱਜ ਦੀ ਕਲਾਸ 'ਚ ਆਪਾਂ ਇਹ ਵੀ ਡਿਸਕਸ ਕਰਨਾ ਹੈਗਾ ਕਿ ਤੁਹਾਡੇ ਕੋਲ ਪੇਪਰ 'ਚ ਕੀ ਕੀ ਆ ਸਕਦਾ ਹੈਗਾ। ਅਤੇ ਹੁਣ ਜਿਹੜੀ ਸਿਨੈਰੀਓ ਹੈਗਾ ਅੱਜ ਦਾ ਪੇਪਰ ਕਿਹੋ ਜਿਹਾ ਆ ਸਕਦਾ ਹੈਗਾ, ਕੀ ਕੀ ਚੈੱਕਸ ਐਂਡ ਬੈਰੀਅਰਸ ਨੇ। ਠੀਕ ਹੈ। ਅਤੇ ਉਹ ਆਪਾਂ ਸਾਰੇ ਡਿਸਕਸ ਕਰਨੇ ਨੇ। ਚਲਿਏ ਆਪਾਂ ਸਟਾਰਟ ਕਰਦੇ ਹਾਂ। ਤਾਂ ਹੁਣ ਤੁਸੀਂ ਦੇਖੋ ਜੀ ਆ ਜਿਹੜਾ ਕੁਐਸਚਨ ਹੈਗਾ ਕੁਐਸਚਨ ਤੁਹਾਡੇ ਕੋਲ ਮੈਂ ਉੱਪਰ ਪਾਇਆ ਵਾ ਅਸਿਸਟੈਂਟ ਜੇਲ੍ਹ ਸੁਪਰਡੈਂਟੈਂਟ ਦਾ ਪੇਪਰ 'ਚ ਆ ਚੁੱਕਿਆ ਹੈਗਾ ਕੁਐਸਚਨ। ਤਾਂ ਕੰਪਿਊਟਰ ਦੇ ਉੱਤੇ ਤੁਹਾਡੇ ਕੋਲ 15 ਕੁਐਸਚਨ ਆਉਂਦੇ ਨੇ। ਮੈਂ ਅੱਜ ਤੁਹਾਡੇ ਨਾਲ 10 ਡਿਸਕਸ ਕਰਨੇ। ਉਹਦੇ ਪਿੱਛੇ ਕਾਰਨ ਇਹ ਹੈਗਾ ਕਿ ਮੈਂ ਤੁਹਾਨੂੰ ਇੱਕ ਓਵਰਆਲ ਸਮਰੀ ਦੱਸਣੀ ਹੈਗੀ ਹੈ ਕਿ ਪੇਪਰ 'ਚ ਤੁਹਾਨੂੰ ਆਪਣੀ ਲੈਵਲ ਦੀ ਤਿਆਰੀ ਕਿਹੋ ਦੀ ਕਰਨੀ ਪੈਣੀ ਹੈ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਦੇਖੀਏ ਜਿਹੜਾ ਫਸਟ ਕੁਐਸਚਨ ਆਇਆ ਸੀਗਾ ਦਾ 2 ਮੇਨ ਕੰਪੋਨੈਂਟ ਆਫ ਦਾ CPU। ਤਾਂ ਪਹਿਲੇ ਤਾਂ ਤੁਹਾਨੂੰ ਇਹ ਸਮਝਣਾ ਪਏਗਾ ਕਿ ਟੌਪਿਕ ਕਿਹੜਾ ਸੀਗਾ। ਜੇਕਰ ਆਪਾਂ ਗੱਲ ਕਰੀਏ ਟੌਪਿਕ ਦੀ ਤਾਂ ਇਹ ਹੁੰਦਾ ਫੰਡਾਮੈਂਟਲ ਕੰਪੋਨੈਂਟ ਆਫ ਕੰਪਿਊਟਰ 'ਤੇ ਕੁਐਸਚਨ ਪੁੱਛਿਆ ਗਿਆ। ਮਤਲਬ ਬੇਸਿਕ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਹੁਣ ਤੁਹਾਡੇ 'ਤੇ ਕੁਐਸਚਨ ਸੀਗਾ ਕਿ ਮੇਨ ਕੰਪੋਨੈਂਟ ਆਫ CPU ਕਿਹੜੇ ਕਿਹੜੇ ਨੇ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਕੰਪੋਨੈਂਟ ਸੀਗਾ ਕੰਟਰੋਲ ਯੂਨਿਟ ਐਂਡ ਰਜਿਸਟਰ। ਇਹ ਆਪਸ਼ਨ। B ਆਪਸ਼ਨ ਹੈਗਾ ਤੁਹਾਡੇ ਕੋਲ ਰਜਿਸਟਰ ਐਂਡ ਮੈਮਰੀ, ਮੇਨ ਮੈਮਰੀ। ਤੀਜਾ ਆਪਸ਼ਨ ਹੈਗਾ ਕੰਟਰੋਲ ਯੂਨਿਟ ਐਂਡ ALU। ਅਤੇ ਚੌਥਾ ਯੂਨਿਟ ਹੈਗਾ ਤੁਹਾਡੇ ਕੋਲ ALU ਅਤੇ ਬਸ।
ਤੇ ਹੁਣ ਕਾਫੀ ਸਟੂਡੈਂਟਾਂ ਨੂੰ ਇਹ ਪਤਾ ਹੋਣਾ ਕਿ ਜੀ ਇਹ ਜਿਹੜਾ ਪੇਪਰ ਸੀਗਾ, ਇਹ ਪ੍ਰੀਵੀਅਸ ਈਅਰ ਪੇਪਰ ਸੀਗਾ, ਤਾਂ ਆਲਰੇਡੀ ਪੁੱਛਿਆ ਜਾ ਚੁੱਕਿਆ, ਤਾਂ ਇਸ ਕੁਐਸਚਨ ਦਾ ਆਂਸਰ ਤਾਂ ਤੁਸੀਂ ਹੁਣੇ ਕਰ ਦੇਣਾ ਜੀ। ਕਿ ਆਂਸਰ ਕੀ ਬਣੇਗਾ? ਸੀ ਆਪਸ਼ਨ ਬਣੇਗਾ, ਕੰਟਰੋਲ ਯੂਨਿਟ ਐਂਡ ਏਐਲਯੂ ਇਸ ਕੁਐਸਚਨ ਦਾ ਆਂਸਰ ਬਣੇਗਾ, ਕਿਉਂਕਿ ਤੁਹਾਨੂੰ ਆਉਂਦਾ ਹੈਗਾ। ਪਰ ਆਪਾਂ ਇਹ ਵੀ ਚੈੱਕ ਕਰਨਾ ਹੈਗਾ ਕਿ ਸਾਡੇ ਕੋਲ ਪੇਪਰ 'ਚ ਹੋਰ ਕਿਹੋ ਦੇ ਟਾਈਪ ਦੇ ਕੁਐਸਚਨ ਆ ਸਕਦੇ ਨੇ, ਠੀਕ ਹੈ। ਤਾਂ ਇਹ ਤਾਂ ਹੋਇਆ ਪਹਿਲਾ ਕੁਐਸਚਨ। ਹੁਣ ਆਪਾਂ ਦੂਜੇ ਕੁਐਸਚਨ ਬਾਰੇ ਡਿਸਕਸ ਕਰੀਏ। ਦੂਜਾ ਕੁਐਸਚਨ ਦੇਖੀਏ ਕੀ ਹੈਗਾ। ਅ ਕਾਮਨ ਯੂਜ਼ ਆਫ ਕੰਪਿਊਟਰ ਇਨ ਆਫਿਸ ਇਜ਼, ਠੀਕ ਹੈ। ਤਾਂ ਕਹਿਣ ਦਾ ਭਾਵ ਇਹ ਹੈਗਾ ਕਿ ਤੁਸੀਂ ਆਪਣੇ ਡੇਲੀ ਲਾਈਫ 'ਚ ਜਿਹੜਾ ਕੰਪਿਊਟਰ ਯੂਜ਼ ਕਰਦੇ ਹੋ, ਮਤਲਬ ਆਫਿਸ ਯੂਜ਼ ਕਰਦੇ ਹੋ, ਉਹਦਾ ਕੀ ਮਤਲਬ ਹੁੰਦਾ, ਠੀਕ ਹੈ। ਕਾਮਨ ਯੂਜ਼ੇਜ ਕੀ ਹੁੰਦਾ। ਤਾਂ ਪਹਿਲਾ ਹੁੰਦਾ ਡਿਸਟਰੀਬਿਊਟਿਡ ਐਫਰਟ, ਦੂਜਾ ਹੁੰਦਾ ਹੈ ਵਰਡ ਪ੍ਰੋਸੈਸਿੰਗ, ਅਤੇ ਤੀਜਾ ਹੈਗਾ ਡੇਟਾ ਪ੍ਰੈਸਿੰਗ, ਅਤੇ ਚੌਥਾ ਆਪਸ਼ਨ ਹੈਗਾ ਤੁਹਾਡੇ ਕੋਲ ਆਲ ਆਫ ਦੀਸ। ਅਤੇ ਹੁਣ ਆਪਾਂ ਜੇਕਰ ਗੱਲ ਕਰੀਏ, ਇਹ ਹੋਰੇ ਇੱਕ ਵਰਡ ਯੂਜ਼ ਕੀਤਾ ਹੈਗਾ ਕੰਪਿਊਟਰ ਇਨ ਆਫਿਸ, ਮਤਲਬ ਕਿ ਆਫਿਸ 'ਚ ਸਾਡਾ ਜਿਹੜਾ ਮੇਨ ਕੰਮ ਹੁੰਦਾ ਹੈਗਾ, ਆਪਾਂ ਕਰਦੇ ਨੇ, ਉਹ ਕੀ ਕੰਮ ਹੁੰਦਾ ਸਾਡਾ ਆਫਿਸ 'ਚ। ਤਾਂ ਮੇਨ ਸਾਡੇ ਕੰਪਿਊਟਰ ਦਾ ਆਫਿਸ ਜਿਹੜਾ ਕੰਮ ਹੁੰਦਾ, ਉਹ ਹੁੰਦਾ ਹੈ ਵਰਡ ਪ੍ਰੋਸੈਸਿੰਗ ਦਾ। ਕਿਉਂਕਿ ਜਨਰਲੀ ਜਿੱਦਾਂ ਵੀ ਆਪਾਂ ਕੰਮ ਕਰਦੇ ਨੇ, ਜਿੱਦਾਂ ਆਪਾਂ ਇੱਕ ਐਗਜ਼ਾਮਪਲ ਲਈਏ, ਤਾਂ ਆਪਾਂ ਜਿੱਦਾਂ ਬਿੱਲ ਦੇਣਾ ਜਾਣਾ, ਤਾਂ ਉਹ ਜਿਹੜਾ ਸੌਫਟਵੇਅਰ 'ਤੇ ਹੁੰਦਾ, ਤਾਂ ਉੱਥੇ ਹੁੰਦਾ ਕੀ ਹੈ, ਵਰਡ ਪ੍ਰੋਸੈਸਿੰਗ ਦਾ ਹੀ ਕੰਮ ਹੁੰਦਾ, ਮਤਲਬ ਡੇਟਾ ਨੂੰ ਐਂਟਰ ਕਰਨਾ ਅਤੇ ਉਹਦਾ ਬਿੱਲ ਸਾਨੂੰ ਕੱਢ ਕੇ ਦੇਣਾ, ਮਤਲਬ ਵਰਡ ਦਾ ਪ੍ਰੋਸੈਸਿੰਗ ਹੋ ਰਹੀ ਹੈ ਉੱਥੇ, ਠੀਕ ਹੈ। ਅਤੇ ਇਸ ਕਰਕੇ ਆਂਸਰ ਕੀ ਬਣੇਗਾ ਤੁਹਾਡਾ? ਬੀ ਆਪਸ਼ਨ ਇਸ ਕਰਕੇ ਬਣੇਗਾ। ਅਤੇ ਜਨਰਲ ਕੁਐਸਚਨ ਸੀਗਾ, ਜਿਹੜਾ ਤੁਹਾਡੀ ਰੀਅਲ ਲਾਈਫ ਤੋਂ ਲਿੱਤਾ ਗਿਆ ਸੀਗਾ। ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ ਤੀਜੇ ਬਾਰੇ। ਤੀਜੇ ਦੇਖਦੇ ਹਾਂ, ਇਨ MS ਵਰਡ ਇਨ ਆਰਡਰ ਟੂ ਕਾਪੀ ਟੈਕਸਟ ਵਿਚ ਕਮਾਂਡ ਸ਼ੁੱਡ ਬੀ ਯੂਜ਼। ਹੁਣ ਇਹ ਕੁਐਸਚਨ ਬਿਲਕੁਲ ਸਟ੍ਰੇਟ ਫੋਰਵਰਡ ਹੈਗਾ। ਤੁਹਾਨੂੰ ਪਤਾ ਜੀ, ਇਹ ਕੁਐਸਚਨ ਜਿਹੜਾ ਹੈਗਾ MS ਵਰਡ ਤੋਂ ਲਿੱਤਾ ਗਿਆ ਹੈਗਾ, ਅਤੇ ਉੱਥੇ ਵੀ ਕੀ ਪੁੱਛਿਆ ਤੁਹਾਡੇ ਤੋਂ? ਕਮਾਂਡ ਪੁੱਛੀ ਹੈਗੀ ਹੈ। ਜੇਕਰ ਆਪਾਂ ਗੱਲ ਕਰੀਏ ਕਮਾਂਡ ਦੀ, ਤਾਂ ਕਮਾਂਡ 'ਚ ਤੁਹਾਡੇ ਤੋਂ ਪੁੱਛਿਆ ਗਿਆ ਕਿ ਕਾਪੀ ਕਰਨ ਲਈ ਤੁਹਾਡੇ ਕੋਲ ਕਿਹੜੀ ਕਮਾਂਡ ਚਾਹੀਦੀ ਹੈ। ਤਾਂ ਕਾਪੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਆਉਂਦਾ ਕਿ ਕਾਪੀ ਆਪਾਂ ਕਰਦੇ ਹਾਂ ਕੰਟਰੋਲ C ਕਰਕੇ। ਤਾਂ ਇਸ ਕਰਕੇ ਇਸ ਕੁਐਸਚਨ ਦਾ ਆਂਸਰ ਕੀ ਬਣੇਗਾ? A ਆਪਸ਼ਨ ਤੁਹਾਡੇ ਕੋਲ ਬਣੇਗਾ, Ctrl+C। ਅਤੇ ਹੁਣ ਆਪਾਂ ਗੱਲ ਕਰਨਾ ਕੁਐਸਚਨ ਨੰਬਰ ਚੌਥੇ ਬਾਰੇ। ਕੁਐਸਚਨ ਨੰਬਰ ਚੌਥੇ ਬਾਰੇ ਦੇਖੀਏ, ਤਾਂ ਇਹ ਜਿਹੜਾ ਕੁਐਸਚਨ ਹੈਗਾ ਇਹਦਾ ਵੀ ਤੁਹਾਡਾ ਸ਼ਾਰਟਕਟ ਤੋਂ ਲਿੱਤਾ ਗਿਆ ਹੈਗਾ MS ਵਰਡ ਤੋਂ। ਤਾਂ ਸ਼ਾਰਟਕਟ ਕੀ ਟੂ ਸੇਵ ਕਮਾਂਡ, ਠੀਕ ਹੈ। ਤਾਂ ਸੇਵ ਦਾ ਤੁਹਾਨੂੰ ਪਤਾ ਸ਼ਾਰਟਕਟ ਕੀ ਹੁੰਦਾ ਜੀ, Ctrl+S ਤੁਹਾਡੇ ਕੋਲ ਕੀ ਹੁੰਦਾ ਹੈ? ਸ਼ਾਰਟਕਟ ਹੁੰਦਾ। ਤਾਂ ਇਸ ਕਰਕੇ ਤੁਹਾਡਾ ਆਂਸਰ ਕੀ ਬਣੇਗਾ? A ਆਪਸ਼ਨ ਬਣੇਗਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਨੀ ਕੁਐਸਚਨ ਨੰਬਰ ਪੰਜਵੇਂ ਬਾਰੇ। ਜੇਕਰ ਆਪਾਂ ਕੁਐਸਚਨ ਨੰਬਰ ਪੰਜਵੇਂ ਬਾਰੇ ਦੇਖੀਏ, ਪਹਿਲੇ ਕੁਐਸਚਨ ਨੂੰ ਸਮਝਦੇ ਹਾਂ ਕਿ ਕੀ ਹੈਗਾ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਵੈਬ ਬਰਾਊਜ਼ਰ। ਕਹਿਣ ਦਾ ਮਤਲਬ ਇਹਨਾਂ 'ਚ ਕਿਹੜਾ ਜਿਹੜਾ ਹੈਗਾ ਬਰਾਊਜ਼ਰ ਨਹੀਂ ਹੈਗਾ। ਵੈਸੇ ਅਗਰ ਇਸ ਟੌਪਿਕ ਦੀ ਆਪਾਂ ਗੱਲ ਕਰੀਏ, ਇਹ ਟੌਪਿਕ ਜਿਹੜਾ ਹੁੰਦਾ ਤੁਹਾਡਾ ਆਪਰੇਟਿੰਗ ਸਿਸਟਮ 'ਚ ਆਉਂਦਾ ਹੈਗਾ, ਠੀਕ ਹੈ। ਤਾਂ ਸਫਾਰੀ ਤੁਹਾਨੂੰ ਪਤਾ ਜੀ ਵੈਬ ਬਰਾਊਜ਼ਰ ਹੈਗਾ। ਜਿਹੜਾ ਬੱਚੇ ਐਪਲ ਦਾ ਮੋਬਾਈਲ ਫੋਨ ਯੂਜ਼ ਕਰ ਰਹੇ ਨੇ, ਉਹਨਾਂ ਨੂੰ ਪਤਾ ਜੀ ਕਿ ਸਫਾਰੀ ਉੱਥੇ ਹੁੰਦਾ ਹੈ। ਮੋਜ਼ਿਲਾ ਫਾਇਰਫੌਕਸ ਤੁਹਾਨੂੰ ਪਤਾ ਜੀ ਵੈਬ ਬਰਾਊਜ਼ਰ ਹੈਗਾ, ਮੋਬਾਈਲ 'ਚ ਆਉਂਦਾ ਹੈਗਾ। ਮਾਈਕਰੋਸੌਫਟ ਇੰਟਰਨੈਟ, ਜਦ ਵੀ ਤੁਸੀਂ ਕਦੇ ਵੀ ਆਪਣਾ ਲੈਪਟਾਪ ਜਾਂ ਫਿਰ ਕੰਪਿਊਟਰ ਚਲਾਇਆ, ਤਾਂ ਉੱਥੇ ਡਿਫੋਲਟ ਵਿੰਡੋ 'ਚ ਕੀ ਹੁੰਦਾ ਹੈ? ਮਾਈਕਰੋਸੌਫਟ ਇੰਟਰਨੈਟ ਐਕਸਪਲੋਰਰ। ਅਤੇ ਇਹ ਸਾਰੇ ਕੀ ਨੇ ਤੁਹਾਡੇ ਕੋਲ? ਬਰਾਊਜ਼ਰ ਨੇ। ਅਤੇ ਯੂਨਿਕਸ ਕੀ ਹੈਗਾ ਤੁਹਾਡੇ ਕੋਲ? ਇੱਕ ਆਪਰੇਟਿੰਗ ਸਿਸਟਮ। ਤਾਂ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਕੁਐਸਚਨ ਹੈਗਾ ਬਿਲਕੁਲ ਸੌਖਾ ਸੀਗਾ। ਅਤੇ ਕੁਐਸਚਨ ਦਾ ਆਂਸਰ ਕੀ ਬਣੇਗਾ? D ਆਪਸ਼ਨ ਬਣੇਗਾ, ਯੂਨਿਕਸ ਤੁਹਾਡਾ ਆਂਸਰ ਆ ਜਾਏਗਾ। ਹੁਣ ਆਪਾਂ ਗੱਲ ਕਰਨੀ ਕੁਐਸਚਨ ਨੰਬਰ 6ਵੇਂ ਬਾਰੇ, ਹੈ ਨਾ। ਡਾਕਟਰ ਸੋਲੋਮਨ ਐਂਡ ਮੈਕੈਫੇ ਆਰ ਪੋਪੂਲਰ। ਇਹ ਕਾਹਦੇ ਲਈ ਪੋਪੂਲਰ ਨੇ? ਵਾਇਰਸ ਨੇ, ਆਪਰੇਟਿੰਗ ਸਿਸਟਮ ਨੇ, ਡਾਕਟਰਸ ਨੇਮ ਨੇ, ਜਾਂ ਫਿਰ ਐਂਟੀਵਾਇਰਸ ਨੇ। ਇਹ ਜਿਹੜਾ ਕੁਐਸਚਨ ਹੈਗਾ ਤੁਹਾਡੇ ਤੋਂ ਲਿੱਤਾ ਗਿਆ ਹੈਗਾ ਵਾਇਰਸ ਟੌਪਿਕ ਤੋਂ, ਠੀਕ ਹੈ। ਤਾਂ ਤੁਸੀਂ ਗੱਲ ਦੇਖੀ ਕਿ ਹਰ ਜਿਹੜਾ ਕੁਐਸਚਨ ਹੈਗਾ ਡਿਫਰੈਂਟ ਪਲੇਸ 'ਤੇ ਲਿੱਤਾ ਗਿਆ ਹੈਗਾ। ਤਾਂ ਹੁਣ ਇਸ ਟੌਪਿਕ ਦੀ ਜੇਕਰ ਆਪਾਂ ਗੱਲ ਕਰੀਏ, ਕੁਐਸਚਨ ਨੰਬਰ 6ਵੇਂ ਦੀ ਜੇਕਰ ਮੈਂ ਗੱਲ ਕਰਾਂ, ਤਾਂ ਤੁਹਾਡੇ ਕੋਲ ਆਂਸਰ ਕੀ ਬਣੇਗਾ? D ਆਪਸ਼ਨ ਬਣੇਗਾ, ਐਂਟੀਵਾਇਰਸ। ਕਿਉਂਕਿ ਮੈਕੈਫੇ ਕਾਫੀ ਬੱਚਿਆਂ ਨੇ ਯੂਜ਼ ਵੀ ਕੀਤਾ ਹੋਣਾ। ਮੈਕੈਫੇ ਕੀ ਹੈਗਾ? ਇੱਕ ਐਂਟੀਵਾਇਰਸ ਸੌਫਟਵੇਅਰ। ਜਿੱਦਾਂ ਅਵਾਸਟ ਹੈਗਾ, ਅਵੇਰਾ ਹੈਗਾ, ਉਹ ਕੀ ਨੇ ਤੁਹਾਡੇ ਕੋਲ? ਐਂਟੀਵਾਇਰਸ ਸੌਫਟਵੇਅਰ ਨੇ। ਤਾਂ ਡਾਕਟਰ ਸੋਲੋਮਨ ਅਤੇ ਮੈਕੈਫੇ ਵੀ ਕੀ ਨੇ ਤੁਹਾਡੇ ਕੋਲ? ਐਂਟੀਵਾਇਰਸ ਸੌਫਟਵੇਅਰ ਨੇ, ਠੀਕ ਹੈ। ਅਤੇ ਇੰਨੀ ਕਰ ਵੀ ਗੱਲ ਤੁਹਾਨੂੰ ਕਲੀਅਰ ਹੈ। ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ 7ਵੇਂ ਬਾਰੇ। ਤਾਂ ਇਹ ਜਿਹੜਾ ਹੈਗਾ ਥੋੜ੍ਹਾ ਕੋਰ 'ਚ ਕੁਐਸਚਨ ਪੁੱਛਿਆ ਗਿਆ। ਵੈਸੇ ਕੁਐਸਚਨ ਕੋਈ ਬੜਾ ਕੋਰ ਦਾ ਵੀ ਨਹੀਂ ਹੈਗਾ, ਬੜਾ ਨੋਰਮਲ ਜਿਹਾ ਕੁਐਸਚਨ ਹੈਗਾ। ਤੁਹਾਨੂੰ ਬਸ ਸਮਝਣਾ ਪੈਣਾ ਜੀ। ਬੈਂਡ ਬਿਡਥ ਰੈਫਰ ਟੂ, ਠੀਕ ਹੈ। ਕਿ ਬੈਂਡ ਬਿਡਥ ਜਿਹੜੀ ਹੈ ਰੈਫਰ ਕਰਦੇ ਹਾਂ ਆਪਾਂ, ਤਾਂ ਦ ਅਮਾਊਂਟ ਆਫ ਡੇਟਾ ਦੈਟ ਕੈਨ ਬੀ ਟਰਾਂਸਮਿਟਿਡ ਥਰੂ ਅ ਕਮਿਊਨੀਕੇਸ਼ਨ ਚੈਨਲ। ਸੈਕਿੰਡ ਆਪਸ਼ਨ ਹੈਗੀ ਆ ਪ੍ਰੋਟੋਕੋਲ ਲਿਮਿਟੇਸ਼ਨ। ਤੀਜੀ ਆਪਸ਼ਨ ਹੈਗੀ ਆ ਦ ਸਪੀਡ ਆਫ
ਦ ਕਮਿਊਨੀਕੇਸ਼ਨ ਡਿਵਾਈਸਿਸ, ਤੇ ਡੀ ਆਪਸ਼ਨ ਹੈਗੀ ਹੈ ਟਰਾਂਸਮਿਸ਼ਨ ਮੀਡੀਅਮ। ਜੇਕਰ ਆਪਾਂ ਗੱਲ ਕਰੀਏ ਬੈਂਡਵਿਡਥ ਦੀ, ਤਾਂ ਬੈਂਡਵਿਡਥ ਜਿਹੜਾ ਹੈਗਾ ਇਲੈਕਟ੍ਰੋਨਿਕਸ ਦਾ ਪਾਰਟ ਹੈਗਾ, ਪਰ ਇਹ ਕੰਪਿਊਟਰ ਜਿਹੜਾ ਇਲੈਕਟ੍ਰੋਨਿਕਸ ਹੀ ਡਿਵਾਈਸ ਹੈਗਾ, ਤਾਂ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਅੱਡ ਹੈਗਾ, ਇਹ ਬਿਲਕੁਲ ਇੱਕੋ ਹੀ ਗੱਲ ਹੈਗੀ ਹੈ। ਤਾਂ ਬੈਂਡਵਿਡਥ ਦਾ ਮਤਲਬ ਸਾਡੇ ਕੋਲ ਕੀ ਹੁੰਦਾ ਸਾਨੂੰ ਪਤਾ ਹੋਣਾ ਚਾਹੀਦਾ, ਦ ਅਮਾਊਂਟ ਆਫ ਡੇਟਾ ਦੈਟ ਕੈਨ ਬੀ ਟਰਾਂਸਮਿਟਿਡ ਥਰੂ ਅ ਕਮਿਊਨੀਕੇਸ਼ਨ ਚੈਨਲ। ਕਹਿਣ ਦਾ ਮਤਲਬ ਇਹ ਆਪਸ਼ਨ ਕਿ ਜਿਹੜਾ ਵੀ ਆਪਾਂ ਡੇਟਾ ਨੂੰ ਟਰਾਂਸਫਰ ਕਰਦੇ ਹਾਂ ਉਹ ਸਾਡੇ ਕੋਲ ਕੀ ਹੁੰਦਾ, ਬੈਂਡਵਿਡਥ ਰੇਟ ਰੈਫਰ ਹੁੰਦਾ, ਠੀਕ ਹੈ। ਤਾਂ ਇਸ ਕਰਕੇ ਆਨਸਰ ਕੀ ਬਣਿਆ ਤੁਹਾਡਾ, ਇਹ ਆਪਸ਼ਨ ਜਿਹੜਾ ਬਣ ਗਿਆ। ਤਾਂ ਹੋਪਫੁਲੀ ਗੱਲ ਤੁਹਾਨੂੰ ਅਭੀ ਕਲੀਅਰ ਹੈ। ਹੁਣ ਆਪਾਂ ਗੱਲ ਕਰਨੀ ਕੁਐਸਚਨ ਨੰਬਰ 8ਵੇਂ ਬਾਰੇ। ਮਲਟੀਮੀਡੀਆ ਸਟਿਮੂਲੇਟ all of the following except। ਕਹਿਣ ਦਾ ਮਤਲਬ ਜਿਵੇਂ ਮਲਟੀਮੀਡੀਆ 'ਚ ਆਪਾਂ ਕੰਮ ਕਰਦੇ ਹਾਂ ਉਹ ਤੇ ਸਾਰੀ ਚੀਜ਼ਾਂ ਦਾ ਯੂਜ਼ ਕਰਦੇ ਹਾਂ ਵੀ ਇੱਕ ਚੀਜ਼ ਨੂੰ ਛੱਡ ਕੇ। ਸਾਈਟ ਪਹਿਲੇ ਤਾਂ ਹੈਗਾ ਆਪਸ਼ਨ ਤੁਹਾਡੇ ਕੋਲ ਮੈਮਰੀ, ਬੀ ਆਪਸ਼ਨ ਹੈਗਾ ਤੁਹਾਡਾ ਸਾਈਟ, ਤੀਜਾ ਆਪਸ਼ਨ ਹੈਗਾ ਤੁਹਾਡਾ ਸਾਊਂਡ, ਅਤੇ ਚੌਥਾ ਆਪਸ਼ਨ ਹੈਗਾ ਤੁਹਾਡੇ ਕੋਲ ਇਮੇਜ। ਅਤੇ ਮਲਟੀਮੀਡੀਆ ਦਾ ਮਤਲਬ ਕੀ ਹੁੰਦਾ ਬੱਚਿਓ, ਜਿੱਦਾਂ ਕਿ ਆਪਾਂ ਮੋਬਾਈਲ ਫੋਨ ਚਲਾ ਰਹੇ ਨੇ ਉੱਥੇ ਸਾਰੀ ਦੀ ਸਾਰੀਆਂ ਚੀਜ਼ਾਂ ਕੀ ਨੇ, ਮਲਟੀਮੀਡੀਆ ਨੇ। ਤਾਂ ਮਲਟੀਮੀਡੀਆ ਸਭ ਤੋਂ ਪਹਿਲੇ ਸਾਨੂੰ ਕੀ ਚਾਹੀਦਾ, ਮੈਮਰੀ ਦੀ ਗੱਲ ਕਰੀਏ, ਮੈਮਰੀ ਚਾਹੀਦੀ ਹੈ? ਨਹੀਂ ਜੀ, ਮੈਮਰੀ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਮਰੀ ਨੋ ਡਾਊਟ ਇੱਕ ਸਾਡੇ ਕੋਲ ਇੰਟਰਨਲ ਪਾਰਟ ਹੁੰਦਾ, ਪਰ ਉਹ ਕੰਪਿਊਟਰ ਦਾ ਹੈਗਾ। ਤਾਂ ਸਾਈਟ ਹੋਣੀ ਚਾਹੀਦੀ ਹੈ, ਮਤਲਬ ਜੇ ਸਾਈਟ 'ਤੇ ਜਿੱਦਾਂ ਫੇਸਬੁੱਕ 'ਤੇ ਤੁਸੀਂ ਕੰਮ ਕਰ ਰਹੇ ਹੋ, ਜਿੱਦਾਂ ਗਾਣੇ ਚਲਾ ਰਹੇ ਹੋ ਤਾਂ ਉੱਥੇ ਮਲਟੀਮੀਡੀਆ ਦਾ ਕੰਮ ਹੈ, ਇਮੇਜੀ ਸ਼ੇਅਰ ਕਰ ਰਹੇ ਹੋ ਤਾਂ ਮਲਟੀਮੀਡੀਆ ਦਾ ਕੰਮ ਹੈ। ਤਾਂ ਕਹਿਣ ਦਾ ਮਤਲਬ ਸਾਈਟ ਵੀ ਸਾਨੂੰ ਚਾਹੀਦੀ ਹੈ, ਸਾਊਂਡ ਵੀ ਸਾਨੂੰ ਚਾਹੀਦੇ ਨੇ, ਇਮੇਜਿਸ ਵੀ ਸਾਨੂੰ ਚਾਹੀਦੀ ਹੈ, ਪਰ ਮਲਟੀਮੀਡੀਆ ਸਟਿਮੂਲੇਸ਼ਨ ਵਾਸਤੇ ਆਪਾਂ ਜੇਕਰ ਗੱਲ ਕਰੀਏ ਤਾਂ ਮੈਮਰੀ ਸਾਨੂੰ ਨਹੀਂ ਚਾਹੀਦਾ, ਮਤਲਬ ਮੈਮਰੀ ਤੋਂ ਬਗੈਰ ਉਹ ਕੰਮ ਸਾਡਾ ਹੁੰਦਾ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਇਸ ਕੁਐਸਚਨ ਦੇ ਅਕੋਰਡਿੰਗਲੀ ਆਨਸਰ ਸਾਡਾ ਬਣੇਗਾ ਏ ਆਪਸ਼ਨ। ਉੱਦਾਂ ਤਾਂ ਵਿਦਾਊਟ ਮੈਮਰੀ ਤੁਹਾਨੂੰ ਪਤਾ ਸਾਡਾ ਕੋਈ ਵੀ ਕੰਮ ਨਹੀਂ ਹੋ ਸਕਦਾ, ਪਰ ਇਸ ਕੁਐਸਚਨ ਦੇ ਅਕੋਰਡਿੰਗਲੀ ਇਸ ਕੁਐਸਚਨ ਦਾ ਆਨਸਰ ਕੀ ਬਣਿਆ, ਏ ਆਪਸ਼ਨ। ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ ਜੀ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ 9ਵੇਂ ਬਾਰੇ। ਤਾਂ 9ਵੇਂ 'ਚ ਦੇਖਦੇ ਹਾਂ, ਵਿਚ ਆਫ ਦ ਫੋਲੋਇੰਗ ਇਜ਼ ਨੋਟ ਐਨ ਐਸੈਂਸ਼ੀਅਲ ਕੰਪੋਨੈਂਟ ਟੂ ਪਰਫੋਰਮ ਅ ਮੇਲ ਮਰਜ ਆਪਰੇਸ਼ਨ। ਹੁਣ ਦੇਖੋ ਇਹ ਜਿਹੜਾ ਕੁਐਸਚਨ ਹੈਗਾ ਤੁਹਾਡੇ ਕੋਲ ਈਮੇਲ ਤੋਂ ਲਿੱਤਾ ਗਿਆ ਹੈਗਾ, ਤਾਂ ਇਹ ਕੁਐਸਚਨ 'ਚ ਕੀ ਪੁੱਛਿਆ ਕਿ ਇਹਨਾਂ 'ਚ ਤੁਹਾਡਾ ਕਿਹੜਾ ਕੰਪੋਨੈਂਟ ਜਿਹੜਾ ਹੈਗਾ ਉਹ ਮੇਲ ਮਰਜ ਲਈ ਸਾਨੂੰ ਜ਼ਰੂਰਤ ਉਹਦੀ ਨਹੀਂ ਹੈਗੀ ਹੈ, ਠੀਕ ਹੈ। ਤਾਂ ਆਪਾਂ ਗੱਲ ਕਰੀਏ ਤਾਂ ਮੇਲ ਮਰਜ ਸਭ ਤੋਂ ਪਹਿਲਾਂ ਸਾਡੇ ਕੋਲ ਆਪਸ਼ਨ ਹੈਗਾ ਡੇਟਾ ਸੋਰਸ, ਸੈਕਿੰਡ ਆਪਸ਼ਨ ਹੈ ਮੇਨ ਡਾਕੂਮੈਂਟ, ਤੀਜਾ ਆਪਸ਼ਨ ਹੈ ਮਰਜ ਫੀਲਡ, ਅਤੇ ਚੌਥਾ ਆਪਸ਼ਨ ਹੈਗਾ ਤੁਹਾਡੇ ਕੋਲ ਵਰਡ ਫੀਲਡ। ਜੇਕਰ ਆਪਾਂ ਜਦ ਵੀ ਗੱਲ ਕਰੀਏ ਨਾ ਮੇਲ ਮਰਜ ਬਾਰੇ, ਤਾਂ ਮੇਲ ਮਰਜ ਦਾ ਡੇਟਾ ਸੋਰਸ ਸਾਨੂੰ ਚਾਹੀਦਾ। ਜੇ ਆਪਾਂ ਗੱਲ ਕਰੀਏ ਡੇਟਾ ਸੋਰਸ ਬਾਰੇ, ਤਾਂ ਡੇਟਾ ਸੋਰਸ ਦੀ ਸਾਨੂੰ ਪਤਾ ਹੈ ਕਿ ਡੇਟਾ ਸੋਰਸ ਸਾਨੂੰ ਚਾਹੀਦਾ ਹੀ ਚਾਹੀਦਾ, ਮਤਲਬ ਜੇਕਰ ਆਪਾਂ ਜਦ ਵੀ ਡੇਟਾ ਸੈਂਡ ਕਰਨਾ ਤਾਂ ਸਭ ਤੋਂ ਪਹਿਲੇ ਕੋਈ ਨਾ ਕੋਈ ਸੋਰਸ ਤਾਂ ਚਾਹੀਦਾ ਨਾ, ਤਾਂ ਹੀ ਕੰਮ ਹੋਏਗਾ। ਫਿਰ ਉਹਨੂੰ ਮੇਨ ਡਾਕੂਮੈਂਟ 'ਚ ਰੱਖੂਗੇ ਤਾਂ ਸਭ ਤੋਂ ਐਂਡ 'ਚ ਆਪਾਂ ਕੀ ਕਰਨਾ ਹੁੰਦਾ, ਉਹਨੂੰ ਮਰਜ ਕਰਨਾ ਹੁੰਦਾ। ਤਾਂ ਇਸ ਕਰਕੇ ਇਹ ਜਿਹੜਾ ਕੁਐਸਚਨ ਹੁੰਦਾ ਨੋਟ ਅਸੈਂਸ਼ੀਅਲ, ਜਿਹੜਾ ਸਾਨੂੰ ਨਹੀਂ ਜ਼ਰੂਰੀ ਚੀਜ਼ ਚਾਹੀਦੀ ਹੁੰਦੀ ਹੈ, ਉਹ ਹੁੰਦੀ ਤੁਹਾਡੇ ਕੋਲ ਵਰਲਡ ਫੀਲਡਸ, ਠੀਕ ਹੈ। ਤਾਂ ਇਸ ਕਰਕੇ ਕੁਐਸਚਨ ਨੰਬਰ 9 ਦਾ ਆਨਸਰ ਕੀ ਬਣੇਗਾ, ਡੀ ਆਪਸ਼ਨ ਤੁਹਾਡਾ ਬਣੇਗਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ 10ਵੇਂ ਬਾਰੇ। ਤਾਂ ਕੁਐਸਚਨ ਨੰਬਰ 10ਵੇਂ ਦੇ ਆਪਾਂ ਗੱਲ ਕਰਦੇ ਹਾਂ ਕੰਟਰੋਲ ਪੀ ਬਾਰੇ। ਹੁਣ ਇਹ ਦੇਖੋ ਕਿ ਜਿਹੜਾ ਕੁਐਸਚਨ ਹੈਗਾ ਤੁਹਾਡੇ ਤੋਂ ਲਿੱਤਾ ਗਿਆ ਕਿੱਥੋਂ, ਕਿਹੜੇ ਟੌਪਿਕ ਤੋਂ, MS ਵਰਡ ਤੋਂ। ਤਾਂ ਕੰਟਰੋਲ ਪੀ ਦਾ ਮਤਲਬ ਕੀ ਹੁੰਦਾ, ਤਾਂ ਤੁਹਾਨੂੰ ਪਤਾ ਜੀ ਪ੍ਰਿੰਟ ਕਮਾਂਡ ਹੁੰਦੀ ਹੈ। ਤਾਂ ਇਹ ਆਪਸ਼ਨ 'ਚ ਹੈਗਾ ਪੈਰਾਗ੍ਰਾਫ ਡਾਇਲੋਗ ਬਾਕਸ, ਦੂਜੀ ਆਪਸ਼ਨ ਹੈਗੀ ਹੈ ਪ੍ਰਿੰਟ ਡਾਇਲੋਗ ਬਾਕਸ, ਤੇ ਤੀਜੀ ਆਪਸ਼ਨ ਹੈਗੀ ਹੈ ਪੇਜ ਫਾਰਮੈਟ ਡਾਇਲੋਗਸ ਬਾਕਸ, ਤੇ ਚੌਥੀ ਆਪਸ਼ਨ ਹੈਗੀ ਹੈ ਤੁਹਾਡੇ ਕੋਲ ਸੇਵ ਡਾਇਲੋਗ ਬਾਕਸ। ਤਾਂ ਜੇਕਰ ਮੈਂ ਗੱਲ ਕਰਾਂ ਤੁਹਾਨੂੰ ਆਟੋਮੈਟਿਕਲੀ ਪਤਾ ਹੈ ਕਿ ਇਸ ਕੁਐਸਚਨ ਦਾ ਆਨਸਰ ਕੀ ਬਣੇਗਾ, ਬੀ ਆਪਸ਼ਨ ਬਣੇਗਾ ਪ੍ਰਿੰਟ ਡਾਇਲੋਗ ਬਾਕਸ, ਤੁਸੀਂ ਆਨਸਰ ਕਰ ਸਕਦੇ ਹੋ। ਪਰ ਬੱਚਿਓ ਮੈਂ ਤੁਹਾਨੂੰ ਹੁਣ ਇੱਕ ਗੱਲ ਹੋਰ ਦੱਸਣਾ ਚਾਹੂੰਗਾ, ਇਹ ਜਿਹੜਾ ਪੇਪਰ ਹੈਗਾ ਪੁਰਾਣਾ ਪੇਪਰ ਹੈਗਾ। ਤਾਂ ਇਸ ਵੇਲੇ ਜਿਹੜਾ ਪੇਪਰ ਹੋਇਆ ਸੀਗਾ, ਜਿਹੜਾ ਪਿਛਲਾ ਪੇਪਰ ਹੈਗਾ, ਇਸ ਪੇਪਰ 'ਚ ਤੇ ਜਿਹੜਾ ਅੱਜ ਦਾ ਜਿਹੜਾ ਪੇਪਰ ਹੋਣਾ ਉਹਨਾਂ 'ਚ ਲੋਟਸ ਆਫ ਡਿਫਰੈਂਸ ਆਏਗਾ। ਕਿਉਂ ਤੁਹਾਡੇ ਕੋਲ ਡਿਫਰੈਂਸ ਆਣਾ, ਉਸ ਗੱਲ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਇਸ ਕਰਕੇ ਡਿਫਰੈਂਸ ਆਏਗਾ ਬੱਚੇ, ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਜਿਹੜਾ ਹੈਗਾ ਬੱਚਾ ਤਿਆਰੀ ਕਰ ਰਿਹਾ ਹੈਗਾ। ਦੂਜਾ ਤੁਹਾਡੇ ਕੋਲ ਇੱਕ ਲੋਕਡਾਊਨ ਦਾ ਵੀ ਸਿਸਟਮ ਸੀਗਾ, ਤਾਂ ਉਹਦੇ 'ਚ ਵੀ ਬੱਚਿਆਂ ਨੇ ਕਾਫੀ ਤਿਆਰੀ ਜਿਹੜੀ ਹੈਗੀ ਹੈ ਕੀਤੀ ਹੈਗੀ ਹੈ। ਅਤੇ ਮੇਰਾ ਮੰਨਣਾ ਅਤੇ ਮੇਰਾ ਐਕਸਪੀਰੀਅੰਸ ਤੁਹਾਡਾ ਇਸ ਗੱਲ ਨੂੰ ਤੁਹਾਡੇ ਨਾਲ ਕਹਿੰਦਾ ਹੈ ਕਿ ਇਸ ਵਾਰੀ ਦਾ ਜਿਹੜਾ ਪੇਪਰ ਆਇਆ ਹੈ ਉਹ ਇੰਨਾ ਸੌਖਾ ਨਹੀਂ ਆਏਗਾ। ਉਸ 'ਚ ਥੋੜ੍ਹੇ ਕੁਐਸਚਨ ਜਿਹੜੇ ਨੇ ਅਪ ਕੀਤੇ ਜਾਣਗੇ। ਉਹਦਾ ਮੈਂ ਇੱਕ ਬੇਸਿਕ ਜਿਹਾ ਸੈਂਪਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਕਿਉਂਕਿ ਆਪਾਂ ਜਦ ਵੀ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰੀ ਹੈ, ਕੀਤੀ ਵੀ ਹੈਗੀ ਹੈ, ਕਦੇ ਵੀ ਤੁਹਾਨੂੰ ਪੜ੍ਹਾਇਆ ਹੈਗਾ, ਤਾਂ ਇੱਕ ਪਹਿਲੇ ਆਪਾਂ ਡਿਟੇਲ ਐਨਾਲਿਸਿਸ ਕੀਤਾ ਹਰ ਚੀਜ਼ ਦਾ, ਤਾਂ ਹੀ ਆਪਾਂ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਕਰਾਉਂਦੇ ਨੇ। ਇੱਦਾਂ ਆਪਾਂ ਕੋਈ ਵੀ ਚੀਜ਼ ਤੁਹਾਨੂੰ ਨਹੀਂ ਕਰਾਉਂਦੇ, ਕਿਉਂਕਿ ਸਾਨੂੰ ਪਤਾ ਹੈਗਾ, ਕਿਉਂਕਿ ਸਾਡਾ ਕੰਮ ਹੀ ਡੇਲੀ ਦਾ ਇਹ ਹੈਗਾ।
ਤੇ ਆਪਾਂ ਹੁਣ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਕਿ ਇਸ ਵਾਰੀ ਦਾ ਪੇਪਰ ਦਾ ਜਿਹੜਾ ਲੈਵਲ ਹੈ ਇੰਨਾ ਈਜ਼ੀ ਨਹੀਂ ਆਏਗਾ। ਇਸ ਵਾਰੀ ਦਾ ਪੇਪਰ ਦਾ ਲੈਵਲ ਜਿਹੜਾ ਹੈਗਾ ਥੋੜਾ ਚੱਕਿਆ ਹੀ ਜਾਏਗਾ। ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਹੈਗਾ ਬੱਚਾ ਘਰੇ ਬਹਿ ਕੇ ਆਪਣੀ ਤਿਆਰੀ ਕਰ ਰਿਹਾ ਹੈਗਾ। ਪੂਰੀ ਦੁਨੀਆ ਤਿਆਰੀ ਤੇ ਲੱਗੀ ਹੋਈ ਹੈ ਜਦ ਦੇ ਲੋਕਡਾਊਨ ਤੁਹਾਡੇ ਕੋਲ ਲੱਗਿਆ ਵਾ। ਤਾਂ ਚਲਿਏ ਆਪਾਂ ਵੀ ਆਪਣੀ ਤਿਆਰੀ ਨੂੰ ਥੋੜਾ ਹੋਰ ਮਜ਼ਬੂਤ ਕਰੀਏ ਤੇ ਆਪਾਂ ਇੱਕ ਐਕਸਪੈਕਟਿਡ ਕੁਐਸਚਨ ਦੇ ਉੱਤੇ ਨਜ਼ਰ ਰੱਖੀਏ। ਠੀਕ ਹੈ, ਚਲਿਏ ਮੈਂ ਹੁਣ ਤੁਹਾਡੇ ਨਾਲ 10 ਕੁਐਸਚਨ ਲੈ ਕੇ ਆਉਂਗਾ। ਮੇ ਵੀ ਤੁਹਾਨੂੰ ਥੋੜੇ ਆਉਣ ਵੀ ਥੋੜੇ ਨਾ ਵੀ ਆਉਣ, ਉਹਨਾਂ ਦੇ ਆਪਾਂ ਡਿਸਕਸ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲਾ ਕੁਐਸਚਨ ਦੇਖੀਏ ਤੇ ਇਹ ਮੋਸਟ ਐਕਸਪੈਕਟਿਡ ਕੁਐਸਚਨ ਨੇ। ਇਹ ਐਕਸਪੈਕਟਿਡ ਕੁਐਸਚਨ ਮੈਂ ਤੁਹਾਡੇ ਲਈ ਲੈ ਕੇ ਆਇਆ, ਦਾ ਥਰਡ ਲੇਅਰ ਆਫ OSI ਮਾਡਲ। ਹੁਣ ਕਾਫੀ ਬੱਚੇ ਜਿਹੜੇ ਇੱਥੇ ਇੰਜੀਨੀਅਰਿੰਗ ਬੈਕਗਰਾਊਂਡ ਦੇ ਨੇ, ਜਿਨ੍ਹਾਂ ਨੇ BCA MCA ਜਾਂ ਕੰਪਿਊਟਰ ਸਾਇੰਸ ਤੇ ਪੜ੍ਹਿਆ, ਉਹਨਾਂ ਨੂੰ ਤਾਂ ਪਤਾ ਹੋਏਗਾ, ਪਰ ਬਾਕੀ ਸਟੂਡੈਂਟਾਂ ਨੂੰ ਸ਼ਾਇਦ ਇਸ ਕੁਐਸਚਨ ਦਾ ਆਨਸਰ ਨਾ ਪਤਾ ਲੱਗੇ। ਤਾਂ ਥਰਡ ਲੇਅਰ ਬਾਰੇ ਅਗਰ ਮੈਂ ਗੱਲ ਕਰਾਂ, ਪਹਿਲਾ ਕੁਐਸਚਨ ਇਹ ਹੈਗਾ ਤੇ BCA MCA ਜਿਨ੍ਹਾਂ ਨੇ ਵੀ ਕੀਤੇ ਉਹ ਵੀ ਆਨਸਰ ਦੇ ਸਕਦੇ ਨੇ, ਪਰ ਕਈਆਂ ਨੂੰ ਦਿੱਕਤ ਆਏਗੀ ਜੇਕਰ ਉਹ OSI ਮਾਡਲ ਬਾਰੇ ਭੁੱਲ ਚੁੱਕੇ ਨੇ। ਤਾਂ ਪਹਿਲੇ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਜੀ OSI ਦਾ ਫੁੱਲ ਫਾਰਮ ਕੀ ਹੁੰਦਾ ਹੈ। ਓਪਨ ਸਿਸਟਮ ਇੰਟਰਕਨੈਕਸ਼ਨ ਦਾ ਫੁੱਲ ਫਾਰਮ ਹੁੰਦਾ ਹੈ। ਤੇ ਇਹਦੇ ਤੇ ਕੀ ਹੁੰਦੀਆਂ ਨੇ, 7 ਲੇਅਰਾਂ ਹੁੰਦੀਆਂ ਨੇ। ਤਾਂ 7 ਲੇਅਰਾਂ 'ਚ ਤੁਹਾਡੇ ਤੋਂ ਪੁੱਛਿਆ ਜੀ ਤੀਜੀ ਲੇਅਰ ਦੱਸੋ, ਤੇ ਤੀਜੀ ਲੇਅਰ ਤੁਹਾਡੇ ਕੋਲ ਕਿਹੜੀ ਹੁੰਦੀ ਹੈ ਜੀ, ਨੈਟਵਰਕ ਲੇਅਰ। ਤਾਂ ਬੱਚੇ ਨੂੰ ਯਾਦ ਹੋਣਾ ਜੀ PDNT SPA ਕਰਕੇ ਤੁਸੀਂ ਯਾਦ ਰੱਖਦੇ ਸੀ, ਫਿਜ਼ੀਕਲ ਡੇਟਾ ਨੈਟਵਰਕ। ਠੀਕ ਹੈ, ਟਰਾਂਸਪੋਰਟ ਸੈਸ਼ਨ ਐਪਲੀਕੇਸ਼ਨ ਐਂਡ ਪ੍ਰੈਜੈਂਟੇਸ਼ਨ ਐਂਡ ਐਪਲੀਕੇਸ਼ਨ, ਤੁਹਾਡੇ ਕੋਲ 7 ਲੇਅਰਾਂ ਹੁੰਦੀਆਂ ਸੀਗੀਆਂ। ਤਾਂ ਇਸ ਕਰਕੇ ਤੁਹਾਨੂੰ ਯਾਦ ਹੋਣਾ ਚਾਹੀਦਾ। ਕੁਐਸਚਨ ਸੌਖਾ ਵੀ ਸੀਗਾ ਤੇ ਕੁਐਸਚਨ ਔਖਾ ਵੀ ਸੀਗਾ। ਕਿਉਂ, ਜਿਹਨਾਂ ਨੂੰ ਆਉਂਦਾ ਹੈਗਾ ਉਹਨਾਂ ਲਈ ਸੌਖਾ, ਜਿਹਨਾਂ ਨੂੰ ਨਹੀਂ ਆਉਂਦਾ ਉਹਨਾਂ ਲਈ ਔਖਾ ਹੈ। ਠੀਕ ਹੈ, ਤਾਂ ਥੋੜਾ ਜਿਹਾ ਲੈਵਲ ਤਾਂ ਚੱਕੇਗਾ ਹੀ ਚੱਕੇਗਾ। ਠੀਕ ਹੈ, ਤਾਂ ਪਹਿਲਾ ਕੁਐਸਚਨ ਮੈਂ ਤੁਹਾਡੇ ਲਈ ਲੈ ਕੇ ਆਇਆ ਸੀਗਾ ਕੋਰ ਇੰਜੀਨੀਅਰਿੰਗ ਤੋਂ ਹੈਗਾ। ਤੇ ਇਸ ਵਾਰੀ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹਦਾ ਲੈਵਲ ਚੱਕਿਆ ਹੀ ਜਾਏਗਾ, ਕਿਉਂਕਿ ਕਾਫੀ ਟਾਈਮ ਤੋਂ ਬੱਚਾ ਤਿਆਰੀ ਕਰ ਰਿਹਾ ਹੈਗਾ। ਤਾਂ ਇਸ ਕਰਕੇ ਆਨਸਰ ਕੀ ਬਣੇਗਾ, ਇਹ ਆਪਸ਼ਨ ਬਣੇਗਾ ਨੈਟਵਰਕ ਲੇਅਰ। ਠੀਕ ਹੈ ਜੀ, ਤੇ ਇਹਦੀ ਆਪਾਂ ਪੂਰੇ ਦੇ ਪੂਰੇ ਜਿਹੜਾ ਕੋਰਸ ਹੈ ਸਾਡੀ ਵੈਬਸਾਈਟ 'ਤੇ ਅਵੇਲੇਬਲ ਹੈਗਾ, ਤੁਸੀਂ ਉਹਨੂੰ ਪਰਚੇਜ਼ ਕਰ ਸਕਦੇ ਹੋ। ਠੀਕ ਹੈ, ਤੇ ਤੁਸੀਂ ਜਿੱਦਾਂ ਵੀ ਅਵੇਲ ਕਰੋਗੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਉੱਥੇ ਡਿਟੇਲ 'ਚ ਆਪਾਂ ਕਰਾਈਆਂ ਨੇ। ਹੁਣ ਆਪਾਂ ਗੱਲ ਕਰਨੀ ਹੈ ਕੁਐਸਚਨ ਨੰਬਰ ਦੂਜੇ ਬਾਰੇ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਰਮ ਪ੍ਰਟੇਨਿੰਗ ਟੂ ਦਾ ਇੰਟਰਨੈਟ। ਠੀਕ ਹੈ, ਹੁਣ ਧਿਆਨ ਦਿਓ ਇਹਨਾਂ 'ਚ ਕੀ ਕਿਹਾ ਕਿ ਵਿਚ ਆਫ ਦਾ ਫੋਲੋਇੰਗ ਟਰਮ ਇਜ਼ ਨੋਟ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਰਮ ਆਫ ਪ੍ਰਟੇਨਿੰਗ ਟੂ ਇੰਟਰਨੈਟ। ਕਹਿਣ ਦਾ ਮਤਲਬ ਆਪਾਂ ਇੰਟਰਨੈਟ 'ਚ ਯੂਜ਼ ਨਹੀਂ ਕਰਦੇ। ਕੀਬੋਰਡ, ਲਿੰਕ, ਬਰਾਊਜ਼ਰ ਤੇ ਸਰਚ ਇੰਜਨ। ਹੁਣ ਜੇਕਰ ਤੁਹਾਨੂੰ ਇਹਨਾਂ ਗੱਲਾਂ ਦਾ ਮੀਨਿੰਗ ਪਹਿਲੇ ਪਤਾ ਹੋਏਗਾ ਤਾਂ ਹੀ ਤੁਸੀਂ ਆਨਸਰ ਕਰ ਸਕਦੇ ਹੋ। ਹੁਣ ਸਭ ਤੋਂ ਪਹਿਲਾਂ ਬੱਚਾ ਗਲਤੀ ਕੀ ਕਰਦਾ ਜੀ, ਆਪਾਂ ਜਦ ਵੀ ਇੰਟਰਨੈਟ ਬਾਰੇ ਗੱਲ ਕਰਨੀ ਤਾਂ ਬੱਚਾ ਇਹ ਸੋਚਦਾ ਕਿ ਆਪਾਂ ਪਹਿਲੇ ਕੀਬੋਰਡ ਦਾ ਚਾਹੀਦਾ ਤਾਂ ਹੀ ਆਪਾਂ ਲਿਖ ਸਕਦੇ ਹਾਂ ਨਾ। ਹੁਣ ਧਿਆਨ ਦਿਓ ਬੱਚਿਓ ਕਿ ਕੁਐਸਚਨ ਦਾ ਮੀਨਿੰਗ ਸਾਨੂੰ ਸਮਝਣਾ ਪਊਗਾ ਕਿ ਕੁਐਸਚਨ 'ਚ ਕੀ ਪੁੱਛਿਆ। ਕਿ ਸਾਡੇ ਕੋਲ ਜਿਹੜੀ ਹੈਗੀ ਪ੍ਰਟੇਨਿੰਗ ਜਿਹੜਾ ਹੁੰਦੀ ਹੈ, ਠੀਕ ਹੈ, ਤੇ ਨਹੀਂ ਕਰ ਸਕਦੇ ਆਪਾਂ, ਜਿਹਦਾ ਮਤਲਬ ਇੱਕ ਯੂਜ਼ ਨਹੀਂ ਹੋ ਸਕਦਾ। ਬਾਕੀ ਸਾਰੀਆਂ ਚੀਜ਼ਾਂ ਦਾ ਯੂਜ਼ ਹੁੰਦਾ ਹੈ। ਤੇ ਇੱਕ ਇਹੋ ਜਿਹੀ ਚੀਜ਼ ਜਿਹਦਾ ਅਗਰ ਆਪਾਂ ਨਾ ਵੀ ਯੂਜ਼ ਕਰੀਏ ਤਾਂ ਵੀ ਸਾਡੀ ਗੱਲ ਬਣ ਜਾਏਗੀ। ਤੇ ਕਹਿਣ ਦਾ ਮਤਲਬ ਉਹਦਾ ਜਿਹੜਾ ਲਿੰਕ ਹੈਗਾ ਉਹ ਸਭ ਤੋਂ ਘੱਟ ਹੈਗਾ, ਉਹਦਾ ਲਿੰਕ ਜਿਹੜਾ ਹੈਗਾ ਸਭ ਤੋਂ ਘੱਟ ਹੈਗਾ। ਤੇ ਜੇ ਮੈਂ ਇੱਥੇ ਲਿੰਕ ਦੀ ਗੱਲ ਕਰਾਂ ਤਾਂ ਇੱਕ ਸਾਡੇ ਕੋਲ ਸਰਚ ਇੰਜਨ ਹੈਗਾ, ਤੇ ਸਰਚ ਇੰਜਨ ਜਿਹੜਾ ਹੈਗਾ ਕਿਹਦਾ ਪਾਰਟ ਹੈਗਾ, ਤੁਹਾਡੇ ਕੋਲ ਇੰਟਰਨੈਟ ਦਾ ਪਾਰਟ ਹੈਗਾ। ਬਰਾਊਜ਼ਰ ਜਿਹੜਾ ਹੈਗਾ ਉਹ ਕਿਹਦਾ ਪਾਰਟ ਹੈਗਾ, ਇੰਟਰਨੈਟ ਦਾ ਪਾਰਟ ਹੈਗਾ। ਲਿੰਕ ਜਿਹੜੇ ਹੈਗੇ ਨੇ ਤੁਹਾਡੇ ਕੋਲ ਕਿਹਦਾ ਪਾਰਟ ਨੇ, ਇੰਟਰਨੈਟ ਦਾ ਪਾਰਟ ਨੇ। ਤਾਂ ਓਬਵੀਅਸ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਇੰਟਰਨੈਟ ਦਾ ਹੀ ਪਾਰਟ ਨੇ। ਤਾਂ ਕੀਬੋਰਡ ਤਾਂ ਕਦੀ ਆਨਸਰ ਹੋ ਹੀ ਨਹੀਂ ਸਕਦਾ। ਤੇ ਲੈਵਲ ਆਫ ਕੁਐਸਚਨ ਵੀ ਤੁਹਾਨੂੰ ਸਮਝਣਾ ਪਏਗਾ। ਤੇ ਕੁਐਸਚਨ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਆਨਸਰ ਬਣ ਸਕਦਾ ਜਾਂ ਨਹੀਂ ਹੋ ਸਕਦਾ। ਤੇ ਇਸ ਕਰਕੇ ਆਨਸਰ ਕੀ ਬਣਿਆ ਤੁਹਾਡੇ ਕੋਲ, ਏ ਆਪਸ਼ਨ। ਕੀ ਆਨਸਰ ਬਣਿਆ, ਏ ਆਪਸ਼ਨ, ਨੋਟ ਪ੍ਰਟੇਨਿੰਗ ਟੂ ਦਾ ਇੰਟਰਨੈਟ। ਠੀਕ ਹੈ, ਹੋਪਫੁਲੀ ਗੱਲ ਤੁਹਾਨੂੰ ਕਲੀਅਰ ਹੈ। ਹੁਣ ਆਪਾਂ ਗੱਲ ਕਰਨੀ ਕੁਐਸਚਨ ਨੰਬਰ ਤੀਜੇ ਬਾਰੇ। ਕੁਐਸਚਨ ਨੰਬਰ ਤੀਜਾ ਜਿਹੜਾ ਹੈਗਾ ਬਿਲਕੁਲ ਇੱਕ ਬੇਸਿਕ ਕੁਐਸਚਨ ਲਿੱਤਾ ਗਿਆ ਤੁਹਾਡੇ ਕੋਲ, ਵਰਲਡ ਵਾਈਡ ਵੈਬ ਇਜ਼ ਇਨਵੈਂਟਡ ਬਾਈ। ਜਿਹਨੂੰ ਤੁਸੀਂ WWW ਕਹਿੰਦੇ ਹੋ ਨਾ, ਉਹ ਤੁਹਾਡੇ ਤੋਂ ਪੁੱਛਿਆ ਗਿਆ ਕਿਹਨੇ ਇਨਵੈਂਟ ਕੀਤੇ, WWW ਇਨਵੈਂਟਡ ਬਾਈ। ਠੀਕ ਹੈ, WWW ਮਤਲਬ ਵਰਲਡ ਵਾਈਡ ਵੈਬ ਇਜ਼ ਇਨਵੈਂਟਡ ਬਾਈ, ਕਿਹਦੇ ਥਰੂ ਤੁਹਾਡੇ ਕੋਲ ਇਨਵੈਂਟ ਕੀਤੀ ਗਈ ਹੈ। ਤਾਂ WWW ਇਨਵੈਂਟਡ ਬਾਈ ਟੌਮ ਬਰਨਰਲੀ, ਟਿਮ ਬਰਨਰਲੀ, ਟਾਈਕ ਬਰਨਰਲੀ ਜਾਂ ਟਿਊਮ ਬਰਨਰਲੀ। ਹੁਣ ਜਿਹੜੇ ਤਾਂ ਸਟੂਡੈਂਟ ਕੋਰ ਬੈਕਗਰਾਊਂਡ ਦੇ ਹੈਗੇ ਨੇ ਉਹਨਾਂ ਨੂੰ ਪਤਾ ਹੋਏਗਾ, ਜਿਹੜੇ ਨੇ ਨਹੀਂ ਪੜ੍ਹਿਆ ਉਹਨਾਂ ਨੇ ਲਈ ਉਹਨੇ ਦਿੱਕਤ ਹੈਗੀ ਹੈ। ਤਾਂ ਇਹ ਬਿਲਕੁਲ ਸੁਖਾਲਾ ਕੁਐਸਚਨ ਹੈਗਾ, ਮੈਨੂੰ ਬਿਲਕੁਲ ਸੁਖਾਲਾ ਕੁਐਸਚਨ ਕਹੂੰਗਾ, ਕਦੇ ਵੀ ਔਖਾ ਕੁਐਸਚਨ ਮੈਂ ਨਹੀਂ ਕਹਿ ਸਕਦਾ ਇਸ ਚੀਜ਼ ਨੂੰ। ਤੇ ਇਸ ਕੁਐਸਚਨ ਦਾ ਆਨਸਰ ਕੀ ਬਣੇਗਾ, ਟਿਮ ਬਰਨਰ ਲੀ। ਕਿਉਂਕਿ ਜਦ ਵੀ ਤੁਸੀਂ ਕੰਪਿਊਟਰ ਚਲਾਉਂਦੇ ਹੋ, ਇੰਟਰਨੈਟ ਚਲਾਉਂਦੇ ਹੋ, ਤਾਂ ਸਭ ਤੋਂ ਪਹਿਲੇ www.google.com ਲਿਖਦੇ ਹੋ। ਤਾਂ ਇਹ ਤੁਹਾਡੇ ਮਾਈਂਡ 'ਚ ਕਦੇ ਨਾ ਕਦੇ ਕੁਐਸਚਨ ਆਉਂਦਾ ਹੀ ਹੈਗਾ। ਤਾਂ ਇਸ ਕਰਕੇ ਆਨਸਰ ਕੀ ਬਣੇਗਾ ਤੁਹਾਡਾ, ਬੀ ਆਪਸ਼ਨ ਜਿਹੜਾ ਬਣੇਗਾ, ਟਿਮ ਬਰਨਰ ਲੀ। ਤਾਂ ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ ਜੀ। ਠੀਕ ਹੈ,
ਹੁਣ ਆਪਾਂ ਗੱਲ ਕਰੀਏ ਕੁਐਸਚਨ ਨੰਬਰ ਚੌਥੇ ਬਾਰੇ। ਕੁਐਸਚਨ ਨੰਬਰ ਚੌਥੇ ਦੀ ਆਪਾਂ ਗੱਲ ਕਰਨੀ ਹੈਗੀ ਆ, ਵਿਚ ਆਫ ਦਾ ਫੋਲੋਇੰਗ ਫੰਕਸ਼ਨ ਆਰ ਨੋਟ ਪਰਫੋਰਮ ਬਾਈ ਸਰਵਰਸ। ਕਹਿਣ ਦਾ ਮਤਲਬ ਇਹਨਾਂ 'ਚ ਕਿਹੜਾ ਜਿਹਾ ਫੰਕਸ਼ਨ ਜਿਹੜਾ ਹੈਗਾ ਵੈਬ ਸਰਵਰ ਦੇ ਥਰੂ ਪਰਫੋਰਮ ਨਹੀਂ ਕੀਤਾ ਜਾਂਦਾ। ਠੀਕ ਹੈ, ਤੇ ਕੁਐਸਚਨ ਨੰਬਰ ਚੌਥੇ ਬਾਰੇ ਆਪਾਂ ਗੱਲ ਕਰ ਰਹੇ ਨੇ। ਤਾਂ ਸਭ ਤੋਂ ਪਹਿਲਾਂ ਹੈ ਈਮੇਲ ਪ੍ਰੋਸੈਸਿੰਗ। ਤਾਂ ਜਦ ਵੀ ਈਮੇਲ ਆਉਂਦੀ ਹੈਗੀ ਤੁਹਾਡੇ, ਜਿਹੜੀ ਆਉਂਦੀ ਹੈ ਉਹ ਇੰਟਰਨੈਟ ਦੇ ਥਰੂ ਹੀ ਆਉਂਦੀ ਹੈ, ਤਾਂ ਮਤਲਬ ਉਹ ਸਰਵਰ ਤੇ ਹੀ ਜਾਂਦੀ ਹੈ। ਡੇਟਾਬੇਸ ਸ਼ੇਅਰਿੰਗ, ਡੇਟਾਬੇਸ ਸ਼ੇਅਰਿੰਗ ਵੀ ਕਿਹਦੇ ਥਰੂ ਹੁੰਦੀ ਹੈ ਜੀ, ਸਰਵਰ ਦੇ ਥਰੂ ਹੁੰਦੀ ਹੈ। ਤਾਂ ਸਟੋਰੇਜ ਜਿਹੜੀ ਹੁੰਦੀ ਹੈ ਉਹ ਵੀ ਸਰਵਰ ਦੇ ਥਰੂ ਹੀ ਹੁੰਦੀ ਹੈ। ਤਾਂ ਵਰਡ ਪ੍ਰੋਸੈਸਿੰਗ ਦਾ ਮਤਲਬ ਹੈ ਜਿਹੜਾ ਡੇਟਾ ਦਾ ਕੰਮ ਹੁੰਦਾ ਹੈ, ਜਿੱਦਾਂ ਕੋਈ ਤੁਸੀਂ ਟਾਈਪਿੰਗ ਦਾ ਕੰਮ ਕਰ ਰਹੇ ਹੋ। ਤਾਂ ਤੁਸੀਂ ਧਿਆਨ ਨਾਲ ਸੋਚ ਕੇ ਦੇਖੋ, ਸਰਵਰ ਦੀ ਉਹਦੀ ਲੋੜ ਹੈਗੀ ਹੈ, ਨੋ ਡਾਊਟ। ਜੇਕਰ ਤੁਸੀਂ ਸੇਵ ਕਰੋਗੇ ਤਾਂ ਕਨਸੈਪਟ ਸਟੋਰੇਜ 'ਚ ਚਲਾ ਗਿਆ। ਬਟ ਨੋਰਮਲ ਜੇਕਰ ਮੈਂ ਗੱਲ ਕਰਾਂ ਤਾਂ ਤੁਹਾਨੂੰ ਕਦੇ ਵੀ ਵਰਡ ਪ੍ਰੋਸੈਸਿੰਗ ਦੀ ਲੋੜ ਨਹੀਂ ਪਏਗੀ, ਤੁਹਾਨੂੰ ਕਦੇ ਵੀ ਵਰਡ ਪ੍ਰੋਸੈਸਿੰਗ ਦੀ ਲੋੜ ਨਹੀਂ ਪਏਗੀ। ਤਾਂ ਆਨਸਰ ਕੀ ਬਣੇਗਾ ਤੁਹਾਡਾ, ਡੀ ਆਪਸ਼ਨ ਬਣੇਗਾ। ਤੇ ਥੋੜਾ ਥੋੜਾ ਕੁਐਸਚਨ ਜਿਹੜਾ ਆਫ ਲੈਵਲ ਜਿਹੜਾ ਹੈਗਾ ਪੇਪਰ 'ਚ ਚੱਕਿਆ ਹੀ ਜਾਏਗਾ। ਠੀਕ ਹੈ, ਹੁਣ ਆਪਾਂ ਗੱਲ ਕਰਨੀ ਹੈ ਕੁਐਸਚਨ ਨੰਬਰ 5ਵੇਂ ਬਾਰੇ। ਵਾਟ ਇਜ਼ ਦੀ ਟਰਮ ਫੋਰ ਅਨਸੋਲੋਕੇਟਿਡ ਈਮੇਲ। ਇਹ ਕੁਐਸਚਨ ਬੜਾ ਸੁਖਾਲਾ ਕੁਐਸਚਨ ਹੈਗਾ। ਤੁਹਾਨੂੰ ਮੈਂ ਕਈ ਵਾਰੀ ਜੇਕਰ ਤੁਸੀਂ ਮੇਰੀ ਲਾਈਵ ਕਲਾਸਾਂ ਜਾਂ ਰਿਕਾਰਡਡ ਕਲਾਸਾਂ ਵੀ ਨੈਟ 'ਤੇ ਦੇਖੋਗੇ ਤਾਂ ਤੁਹਾਨੂੰ ਇਹ ਕੁਐਸਚਨ ਦਾ ਆਨਸਰ ਮਿਲ ਜਾਣਾ। ਮੈਂ ਕਾਫੀ ਵਾਰੀ ਤੁਹਾਨੂੰ ਕਰਾਇਆ ਹੈਗਾ। ਤਾਂ ਜਿਹੜਾ ਅਨਸੋਲੋਕੇਟਿਡ ਜਿਹੜਾ ਈਮੇਲ ਹੁੰਦੀ ਨੇ ਉਹਨਾਂ ਨੂੰ ਕੀ ਕਹਿੰਦੇ ਨੇ, ਨਿਊਜ਼ ਗਰੁੱਪ ਕਹਿੰਦੇ ਨੇ, ਯੂਜ਼ਨੈਟ ਕਹਿੰਦੇ ਨੇ, ਫਲੇਮਿੰਗ ਕਹਿੰਦੇ ਨੇ, ਜਾਂ ਫਿਰ ਸਪੈਮ ਕਹਿੰਦੇ ਨੇ। ਉਹਨਾਂ ਨੂੰ ਆਪਾਂ ਕਹਿੰਦੇ ਨੇ ਸਪੈਮ। ਕੀ ਕਹਿੰਦੇ ਉਹਨੂੰ ਆਪਾਂ, ਸਪੈਮ। ਸਪੈਮ ਕੀ ਹੁੰਦਾ, ਤੁਹਾਡੇ ਕੋਲ ਅਨਵਾਂਟਿਡ ਈਮੇਲ। ਠੀਕ ਹੈ, ਜਿਹੜੀਆਂ ਕੀ ਹੁੰਦੀਆਂ ਨੇ ਅੱਜ ਦੀ ਡੇਟ 'ਚ, ਜੇਕਰ ਤੁਸੀਂ ਆਪਣਾ ਜਦ ਵੀ ਜੀਮੇਲ ਓਪਨ ਕਰਦੇ ਹੋ ਤੁਹਾਡੇ ਕੋਲ ਇੱਕ ਸਪੈਮ ਦਾ ਆਪਸ਼ਨ ਹੁੰਦਾ, ਜਿੱਥੇ ਕਿ ਤੁਹਾਡੇ ਕੋਲ ਅਨਵਾਂਟਿਡ ਜਿੰਨੀਆਂ ਵੀ ਮੇਲਾਂ ਹੁੰਦੀਆਂ ਨੇ ਡਾਇਰੈਕਟ ਉੱਥੇ ਚਲੀ ਜਾਂਦੀਆਂ ਨੇ। ਤਾਂ ਉਹਨੂੰ ਹੀ ਕੀ ਕਹਿੰਦੇ ਨੇ, ਅਨਸੋਲੋਕੇਟਿਡ ਈਮੇਲ। ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ ਉਹ ਡਾਇਰੈਕਟ ਕਿੱਥੇ ਜਾਂਦੀਆਂ ਨੇ, ਤੁਹਾਡੇ ਕੋਲ ਸਪੈਮ 'ਚ ਜਾਂਦੀਆਂ ਨੇ। ਤਾਂ ਹੋਪਫੁਲੀ ਗੱਲ ਤੁਹਾਨੂੰ ਕਲੀਅਰ ਹੈ ਜੀ। ਹੁਣ ਕੁਐਸਚਨ ਨੰਬਰ 6ਵੇਂ ਬਾਰੇ ਆਪਾਂ ਗੱਲ ਕਰਨੀ ਹੈ ਜੀ। ਕੁਐਸਚਨ ਨੰਬਰ 6ਵੇਂ ਦੀ ਗੱਲ ਕਰੀਏ, 6ਵੇਂ 'ਚ ਕੀ ਹੈਗਾ, ਵਿਚ ਆਪਰੇਟਿੰਗ ਮੋਡ ਆਫ ਟੈਲਨੈਟ ਇਜ਼ ਫੁੱਲ ਡੁਪਲੈਕਸ। ਠੀਕ ਹੈ, ਹੁਣ ਦੇਖੋ ਫੁੱਲ ਡੁਪਲੈਕਸ ਬਾਰੇ ਗੱਲ ਕੀਤੀ ਹੈ ਤਾਂ ਲਾਈਨ ਮੋਡ ਹੈਗਾ, ਸੌਰੀ ਸਭ ਤੋਂ ਪਹਿਲੇ ਹੈਗਾ ਤੁਹਾਡੇ ਕੋਲ ਡਿਫੋਲਟ ਮੋਡ, ਦੂਜਾ ਹੈਗਾ ਤੁਹਾਡੇ ਕੋਲ ਸਰਵਰ ਮੋਡ, ਤੇ ਤੀਜਾ ਹੈਗਾ ਤੁਹਾਡੇ ਕੋਲ ਲਾਈਨ ਮੋਡ, ਤੇ ਚੌਥਾ ਡੀ ਆਪਸ਼ਨ ਹੈਗਾ ਤੁਹਾਡੇ ਕੋਲ ਨਨ ਆਫ ਦੀਸ। ਜੇਕਰ ਬੱਚੋ ਤੁਸੀਂ ਇਸ ਕੁਐਸਚਨ ਦਾ ਆਨਸਰ ਜਾਣਨਾ ਚਾਹੁੰਦੇ ਹੋ ਤਾਂ ਇਹ ਬੜਾ ਹੀ ਸੁਖਾਲਾ ਕੁਐਸਚਨ ਹੈਗਾ। ਤੇ ਇਸ ਕੁਐਸਚਨ ਦਾ ਆਨਸਰ ਕੀ ਬਣੇਗਾ, ਸੀ ਆਪਸ਼ਨ ਬਣੇਗਾ, ਲਾਈਨ ਮੋਡ। ਤਾਂ ਤੁਸੀਂ ਸਾਡਾ ਜਿਹੜਾ ਕੋਰਸ ਹੈ ਪੂਰਾ ਦਾ ਪੂਰਾ ਬਣਿਆ ਹੈਗਾ, ਤੁਸੀਂ ਉਹਨੂੰ ਅਵੇਲ ਕਰ ਸਕਦੇ ਹੋ। ਸਾਡੀ ਕਲਾਸਿਸ 'ਚ ਵੀ ਤੁਹਾਨੂੰ ਇਹ ਸਾਰੀ ਚੀਜ਼ਾਂ ਫੁੱਲ ਡਿਟੇਲ 'ਚ ਪੜ੍ਹਾਈ ਜਾਣਗੀਆਂ। ਤਾਂ ਜਿਹੜਾ ਵੀ ਟੈਲਨੈਟ ਫੁੱਲ ਡੁਪਲੈਕਸ ਦੀ ਜਦ ਵੀ ਗੱਲ ਹੋਏਗੀ ਤੁਹਾਡਾ ਆਨਸਰ ਕੀ ਬਣੇਗਾ, ਲਾਈਨ ਮੋਡ। ਕਿਉਂਕਿ ਟੈਲਨੈਟ ਦਾ ਮਤਲਬ ਕੀ ਹੁੰਦਾ, ਤੁਹਾਡੇ ਕੋਲ ਰਿਮੋਟ ਬੇਸ ਐਕਸੈਸ ਆਪਾਂ ਲੈਂਦੇ ਨੇ। ਟੈਲਨੈਟ ਦਾ ਮਤਲਬ ਸਾਡੇ ਕੋਲ ਕੀ ਹੁੰਦਾ ਕਿ ਆਪਾਂ ਰਿਮੋਟਲੀ ਤੁਹਾਡੇ ਸਿਸਟਮ 'ਚ ਘੁਸ ਜਾਂਦੇ ਨੇ, ਮਤਲਬ ਆ ਜਾਂਦੇ ਨੇ। ਜਿੱਦਾਂ ਕਿ ਮੈਂ ਗੱਲ ਕਰਾਂ ਕਿ ਮੰਨ ਲਓ ਕਿ ਤੁਸੀਂ ਚੰਡੀਗੜ੍ਹ ਬੈਠੇ ਹੋ ਤੇ ਮੈਂ ਬੰਬੇ ਬੈਠਾ, ਤੇ ਤੁਹਾਡੇ ਤੋਂ ਨਾ ਕੋਈ ਕੰਮ ਹੋ ਨਹੀਂ ਰਿਹਾ, ਤਾਂ ਤੁਸੀਂ ਮੈਨੂੰ ਕਹਿੰਦੇ ਹੋ ਸਰ ਸਾਡੇ ਤੋਂ ਕੰਮ ਨਹੀਂ ਹੋ ਰਿਹਾ। ਤਾਂ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਜੀ, ਇੱਕ ਸੌਫਟਵੇਅਰ ਆਉਂਦਾ ਟੀਮ ਵੀਵਰ ਕਰਕੇ, ਤੁਸੀਂ ਕੀ ਕਰੋ ਉਹਨੂੰ ਸਟੋਰ ਕਰੋ, ਤੇ ਮੈਂ ਵੀ ਉਹਨੂੰ ਕੀ ਕਰੂੰਗਾ, ਸਟੋਰ ਕਰੂੰਗਾ। ਤੇ ਤੁਹਾਡੇ ਤੇ ਨਾ ਮੈਂ ਇੱਕ ਆਈਡੀ ਲੂੰਗਾ, ਉਹਦੇ ਆਈਡੀ ਜਨਰੇਟ ਹੁੰਦੀ ਹੈ, ਤੇ ਮੈਂ ਤੁਹਾਨੂੰ ਕਹੂੰਗਾ ਕਿ ਉਸ ਆਈਡੀ ਨੂੰ ਮੇਰੇ ਨਾਲ ਸ਼ੇਅਰ ਕਰੋ। ਤਾਂ ਜਿਹੜਾ ਤੁਹਾਡਾ ਸਿਸਟਮ ਚੰਡੀਗੜ੍ਹ ਪਿਆ ਤੇ ਮੈਂ ਬੰਬੇ ਬੈਠਾ, ਤਾਂ ਮੈਂ ਉੱਥੇ ਬਹਿ ਕੇ ਨਾ ਤੁਹਾਡੇ ਸਿਸਟਮ ਨੂੰ ਐਕਸੈਸ ਕਰ ਸਕਦਾ। ਤਾਂ ਉਹ ਤੁਹਾਡੇ ਕੋਲ ਹੁੰਦਾ ਥਰੂ ਟੈਲਨੈਟ ਟੈਕਨੋਲੋਜੀ। ਤੇ ਟੈਲਨੈਟ ਦਾ ਮਤਲਬ ਕੀ ਹੁੰਦਾ, ਰਿਮੋਟ ਬੇਸ ਐਕਸੈਸ ਲੈਣਾ। ਠੀਕ ਹੈ, ਤਾਂ ਇਸ ਕਰਕੇ ਆਨਸਰ ਕੀ ਬਣੇਗਾ, ਲਾਈਨ ਮੋਡ ਦਾ ਆਨਸਰ ਬਣੇਗਾ। ਫੁੱਲ ਡੁਪਲੈਕਸ ਦਾ ਸੀ ਆਪਸ਼ਨ ਦਾ ਆਨਸਰ ਬਣ ਜਾਏਗਾ। ਠੀਕ ਹੈ, ਤੇ ਕੁਐਸਚਨ ਨੰਬਰ ਹੁਣ ਆਪਾਂ ਗੱਲ ਕਰੀਏ 7ਵੇਂ ਦੀ। 7ਵੇਂ ਦੀ ਆਪਾਂ ਗੱਲ ਕਰਨੀ ਹੈਗੀ। 7ਵੇਂ 'ਚ ਕੀ ਹੈਗਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਾਈਪ ਆਫ HTML ਪੇਜਿਸ। ਤਾਂ ਸਟੈਟਿਕ ਜਿਹੜੇ ਨੇ HTML ਪੇਜ ਹੁੰਦੇ ਨੇ, ਡਾਇਨਾਮਿਕ HTML ਪੇਜ ਹੁੰਦੇ ਨੇ, ਡਾਇਰੈਕਟਰੀ ਲਿਸਟਿੰਗ HTML ਹੁੰਦੀ ਹੈ, ਜਾਂ ਫਿਰ ਨੋਰਮਲ। ਠੀਕ ਹੈ, ਤਾਂ ਇਹ ਜਿਹੜਾ ਕੁਐਸਚਨ ਹੈਗਾ HTML ਤੋਂ ਲਿੱਤਾ ਗਿਆ। ਤਾਂ ਹੁਣ ਤੁਹਾਨੂੰ ਜੇਕਰ ਥੋੜਾ ਬਹੁਤ ਨੌਲੇਜ ਹੈਗਾ ਪ੍ਰੋਗਰਾਮਿੰਗ ਬਾਰੇ ਵੀ ਤਾਂ ਤੁਸੀਂ ਆਨਸਰ ਕਰ ਸਕਦੇ ਹੋ। ਤੇ ਇਹ ਜਿਹੜਾ ਹੈਗਾ ਬਿਲਕੁਲ ਬੇਸਿਕ ਪ੍ਰੋਗਰਾਮਿੰਗ ਹੈਗੀ ਹੈ। ਠੀਕ ਹੈ, ਤਾਂ ਹੁਣ ਮੈਂ ਇਸ ਦੀ ਅਗਰ ਮੈਂ ਗੱਲ ਕਰਾਂ ਵਿੱਚ ਉਹਦੇ ਫੋਲੋਇੰਗ ਇਜ਼ ਨੋਟ ਅ ਟਾਈਪ ਆਫ HTML ਪੇਜਿਸ। ਤਾਂ ਸਟੈਟਿਕ ਜਿਹੜੇ ਹੁੰਦੇ HTML ਪੇਜ ਹੁੰਦੇ ਨੇ, ਡਾਇਨਾਮਿਕ ਵੀ ਹੁੰਦੇ ਨੇ, ਤੇ ਡਾਇਰੈਕਟ ਲਿਸਟਿੰਗ ਵੀ ਹੁੰਦੀ ਹੈ, ਪਰ ਨੋਰਮਲ ਕੁਝ ਵੀ ਨਹੀਂ ਹੁੰਦਾ, ਕੋਈ ਵਰਡ ਨਹੀਂ ਹੁੰਦਾ ਪ੍ਰੋਗਰਾਮਿੰਗ 'ਚ। ਠੀਕ ਹੈ, ਤਾਂ ਆਨਸਰ ਕੀ ਬਣੇਗਾ, ਡੀ ਆਪਸ਼ਨ ਤੁਹਾਡਾ ਆਨਸਰ ਬਣੇਗਾ। ਠੀਕ ਹੈ, ਹੁਣ ਆਪਾਂ ਗੱਲ ਕਰਨੀ ਹੈ ਕੁਐਸਚਨ ਨੰਬਰ 8ਵੇਂ ਬਾਰੇ। ਇਹ ਕੁਐਸਚਨ ਨੰਬਰ 8ਵਾਂ ਦਾ ਮੀਨਿੰਗ ਕੀ ਹੈਗਾ, ਕੋਡ ਰੈਡ ਕੋਡ ਰੈਡ ਕੀ ਹੈਗਾ। ਸਭ ਤੋਂ ਪਹਿਲਾ ਆਪਸ਼ਨ ਹੈ ਵਾਇਰਸ, ਦੂਜਾ ਆਪਸ਼ਨ ਹੈ ਵੋਮ, ਤੀਜਾ ਆਪਸ਼ਨ ਹੈ ਸੌਫਟਵੇਅਰ, ਚੌਥਾ ਆਪਸ਼ਨ ਹੈ ਡੀ ਆਲ ਆਫ ਥੀਸ। ਜੇਕਰ ਮੈਂ ਗੱਲ ਕਰਾਂ ਤਾਂ ਤੁਸੀਂ ਪਹਿਲੇ ਕੱਟ ਸਕਦੇ ਹੋ ਕਿ ਡੀ ਆਪਸ਼ਨ ਤੁਹਾਡਾ ਨਹੀਂ ਕਦੇ ਵੀ ਆਨਸਰ ਬਣ ਸਕਦਾ। ਵਾਇਰਸ ਅਲੱਗ ਚੀਜ਼ ਹੁੰਦੀ ਹੈ ਤੇ ਸੌਫਟਵੇਅਰ ਅਲੱਗ ਅੱਡ ਹੁੰਦੇ ਨੇ। ਠੀਕ ਹੈ, ਤੇ ਇਹ ਦੋ ਆਪਸ਼ਨ ਤਾਂ ਤੁਹਾਡੇ ਪਹਿਲੇ ਕੱਟ ਗਏ। ਠੀਕ ਹੈ,
ਤਾਂ ਹੁਣ ਤੁਹਾਡੇ ਕੋਲ ਮਤਲਬ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡਾ ਕਦੇ ਵੀ ਆਨਸਰ ਜਿਹੜਾ ਹੈ ਆਲ ਆਫ ਥੀਸ ਨਹੀਂ ਆ ਸਕਦਾ। ਤਾਂ ਤੁਹਾਡੇ ਕੋਲ ਇੱਕੋ ਹੀ ਆਪਸ਼ਨ ਬਚ ਰਹੀ ਹੈ ਕਿ ਜਿਹੜਾ ਮੈਂ ਇੱਕ ਬੱਚਿਆਂ ਦੀ ਵੀ ਗੱਲ ਤੁਹਾਨੂੰ ਦੱਸਣਾ ਚਾਹੂੰਗਾ। ਮੈਕਸਿਮਮ ਸਟੂਡੈਂਟ ਉਰੇ ਗਲਤੀ ਪਤਾ ਕੀ ਕਰੇਗਾ, ਕੋਡ ਰੈੱਡ ਦੇਖ ਕੇ ਕੀ ਕਰੇਗਾ ਜੀ, ਉਹ ਪੱਕਾ ਵਾਇਰਸ ਹੋਏਗਾ। ਪੱਕਾ ਕੀ ਹੋਏਗਾ, ਵਾਇਰਸ ਹੋਏਗਾ। ਕੋਡ ਰੈੱਡ ਕੀ ਹੈਗਾ, ਤੁਹਾਡੇ ਕੋਲ ਇੱਕ ਵਰਮ ਟਾਈਪ ਦਾ ਵਾਇਰਸ ਹੈਗਾ। ਕੋਡ ਰੈੱਡ ਕੀ ਹੈਗਾ, ਤੁਹਾਡੇ ਕੋਲ ਇੱਕ ਵਰਮ ਟਾਈਪ ਦਾ ਵਾਇਰਸ ਹੈਗਾ। ਤੇ ਇਸ ਕਰਕੇ ਆਨਸਰ ਕੀ ਬਣੇਗਾ, ਤੁਹਾਡੇ ਕੋਲ ਬੀ ਆਪਸ਼ਨ ਆਨਸਰ ਬਣੇਗਾ ਇਸ ਦਾ, ਨਾ ਕਿ ਇਕੱਲਾ ਵਾਇਰਸ। ਇੱਥੇ ਹੀ ਤੁਹਾਨੂੰ ਐਗਜ਼ਾਮੀਨਰ ਜਿਹੜਾ ਫਸਾ ਲੈਂਦਾ ਹੈ। ਇੱਥੋਂ ਹੀ ਜਿਹੜਾ ਤੁਹਾਨੂੰ ਐਗਜ਼ਾਮੀਨਰ ਫਸਾ ਲੈਂਦਾ। ਤੁਸੀਂ ਜਿੰਨਾ ਮਰਜ਼ੀ ਪੜ੍ਹ ਕੇ ਜਾਓ, ਤੁਸੀਂ ਦੇਖਣਾ ਕੋਡ ਰੈੱਡ ਕੀ ਹੈਗਾ ਜੀ, ਵਾਇਰਸ। ਨਾ ਜੀ ਨਾ, ਉਹ ਕਿਹੜਾ ਹੈਗਾ, ਵੋਮ ਵਾਇਰਸ ਹੈਗਾ। ਇਸ ਕਰਕੇ ਤੁਹਾਨੂੰ ਇਹ ਪੜ੍ਹਨਾ ਜ਼ਰੂਰੀ ਹੈਗਾ, ਕਿਉਂਕਿ ਥੋੜਾ ਵੀ ਲੈਵਲ ਉਹਨੇ ਚੱਕਤਾ ਤੁਸੀਂ ਫਸ ਜੂਗੇ। ਠੀਕ ਹੈ। ਹੁਣ ਆਪਾਂ ਗੱਲ ਕਰਨੀ ਕੁਐਸਚਨ ਨੰਬਰ 9 ਬਾਰੇ। ਕੁਐਸਚਨ ਨੰਬਰ 9 ਦੀ ਅਗਰ ਮੈਂ ਗੱਲ ਕਰਾਂ, ਦ ਕੋਮਨ ਨੇਮ ਫੋਰ ਦ ਕ੍ਰਾਈਮ ਆਫ ਸਟੀਲਿੰਗ ਪਾਸਵਰਡ। ਤੇ ਇਹ ਇੱਕ ਬੜਾ ਹੀ ਜਿਹੜਾ ਸਿੰਪਲ ਕੁਐਸਚਨ ਹੈਗਾ। ਤਾਂ ਇਹ ਤੁਹਾਡੇ ਕੋਲ ਹੈਕਿੰਗ ਤੋਂ ਵੀ ਕਹਿ ਸਕਦੇ ਹੋ ਜਾਂ ਵਾਇਰਸ ਤੋਂ ਵੀ ਤੁਹਾਡੇ ਕੋਲ ਕਹਿ ਸਕਦੇ ਹੋ। ਇਹ ਟੌਪਿਕ ਉੱਥੇ ਵੀ ਆਪਾਂ ਕਵਰ ਕਰਵਾਉਂਦੇ ਨੇ। ਤਾਂ ਸਟੀਲਿੰਗ ਜਿਹੜਾ ਹੁੰਦਾ ਮਤਲਬ ਆਪਾਂ ਤੁਹਾਡੇ ਪਾਸਵਰਡ ਨੂੰ ਚੋਰੀ ਕਰਨਾ ਵੀ ਤੁਹਾਨੂੰ ਵਿਦਆਊਟ ਦੱਸੇ, ਉਹਨੂੰ ਕੀ ਕਹਿੰਦੇ ਆ, ਸਪੂਲਿੰਗ ਕਹਿੰਦੇ ਆ, ਹੈਕਿੰਗ ਕਹਿੰਦੇ ਆ, ਸਪੂਫਿੰਗ ਕਹਿੰਦੇ ਆ, ਨਨ ਆਫ ਥੀਸ। ਤਾਂ ਮੈਜੋਰਿਟੀ ਆਫ ਸਟੂਡੈਂਟ ਨੇ ਉਰੇ ਆਨਸਰ ਕੀ ਕਰਨਾ ਜੀ, ਹੈਕਿੰਗ ਆਨਸਰ ਕਰਨਾ ਹੈ। ਹੈਕਿੰਗ ਦਾ ਮਤਲਬ ਹੁੰਦਾ ਤੁਹਾਡਾ ਪੂਰਾ ਡੇਟਾ ਆਪਾਂ ਹੈਕ ਕਰ ਲਿਆ। ਉਰੇ ਆਪਾਂ ਗੱਲ ਕੀ ਕਰ ਰਹੇ ਹਾਂ, ਸਟੀਲਿੰਗ ਆਫ ਪਾਸਵਰਡ ਦੀ। ਤਾਂ ਜਿਹੜਾ ਹੁੰਦਾ ਸਪੂਫਿੰਗ, ਤੁਹਾਡੇ ਸਪੂਲਿੰਗ ਜਿਹੜਾ ਹੈ ਤੁਹਾਡੇ ਕੋਲ ਇੱਕ ਟੈਕਨੀਕ ਹੁੰਦੀ ਹੈ। ਠੀਕ ਹੈ। ਤੇ ਇਸ ਕਰਕੇ ਤੁਹਾਡਾ ਆਨਸਰ ਕੀ ਬਣੇਗਾ, ਸਪੂਫਿੰਗ ਤੁਹਾਡਾ ਆਨਸਰ ਬਣੇਗਾ, ਸੀ ਆਪਸ਼ਨ ਤੁਹਾਡਾ ਆਨਸਰ ਬਣੇਗਾ। ਠੀਕ ਹੈ। ਆਨਸਰ ਕੀ ਬਣੇਗਾ, ਸੀ ਆਪਸ਼ਨ ਤੁਹਾਡਾ ਆਨਸਰ ਬਣੇਗਾ, ਸਪੂਫਿੰਗ। ਮੈਜੋਰਿਟੀ ਆਫ ਸਟੂਡੈਂਟ ਉਰੇ ਕੀ ਆਨਸਰ ਕਰਨਗੇ, ਬੀ ਆਪਸ਼ਨ ਹੈਕਿੰਗ। ਹੈਕਿੰਗ ਕਦੇ ਨਹੀਂ ਹੁੰਦੀ। ਸਪੂਫਿੰਗ ਆਪਾਂ ਇਹਨੂੰ ਕਹਿੰਦੇ ਨੇ, ਸਟੀਲਿੰਗ ਆਫ ਪਾਸਵਰਡ ਨੂੰ। ਠੀਕ ਹੈ। ਸਪੂਫਿੰਗ ਜਿਹੜੀ ਹੁੰਦੀ ਹੈ ਇੱਕ ਟੈਕਨੀਕ ਹੁੰਦੀ ਹੈ ਜਿਹਦੇ ਥਰੂ ਆਪਾਂ ਤੁਹਾਡੇ ਸਿਸਟਮ ਤੋਂ ਪਾਸਵਰਡ ਚੁਰਾ ਲੈਂਦੇ ਨੇ। ਠੀਕ ਹੈ। ਤਾਂ ਹੋਪਫੁਲੀ ਇਹ ਵੀ ਤੁਹਾਨੂੰ ਗੱਲ ਕਲੀਅਰ ਹੈ। ਤੇ ਅੱਜ ਦਾ ਸਾਡਾ ਆਖਰੀ ਕੁਐਸਚਨ ਹੈਗਾ, ਤੇ ਲੌਜੀਕਲ ਮਲਟੀਪਲੀਕੇਸ਼ਨ ਰੈਫਰਸ ਟੂ ਆਪਰੇਸ਼ਨ ਆਫ। ਠੀਕ ਹੈ। ਇਹ ਚਾਂਸਿਸ ਬੜੇ ਘੱਟ ਨੇ, ਪਰ ਫਿਰ ਵੀ ਮੈਂ ਕਦਾ ਕੁਐਸਚਨ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਕੁਐਸਚਨ ਜਿਹੜਾ ਹੈਗਾ ਐਗਜ਼ਾਮ 'ਚ ਪੁੱਛਿਆ ਜਾ ਲੈਂਦਾ। ਤਾਂ ਦ ਲੌਜੀਕਲ ਮਲਟੀਪਲੀਕੇਸ਼ਨ ਰੈਫਰ ਟੂ ਆਪਰੇਸ਼ਨ ਆਫ ਔਰ ਐਂਡ ਨੋਟ ਜਾਂ ਫਿਰ ਇਨਵਰਟਰ ਗੇਟ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੈ ਜੀ, ਤੁਹਾਡੇ ਕੋਲ ਸਟ੍ਰੇਟ ਫੋਰਵਰਡ ਮੈਂ ਤੁਹਾਨੂੰ ਦੱਸ ਦਿੰਦਾ, ਐਂਡ ਗੇਟ ਤੁਹਾਡਾ ਆਨਸਰ ਬਣੇਗਾ। ਬਾਕੀ ਦੀ ਥਿਓਰੀ ਤੁਹਾਨੂੰ ਜ਼ਿਆਦਾ ਜਾਣਨ ਦੀ ਲੋੜ ਨਹੀਂ ਹੈਗੀ, ਕਿਉਂਕਿ ਬੜੇ ਘੱਟ ਚਾਂਸਿਸ ਹੁੰਦੇ ਨੇ, ਪਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਕੀ ਬਣੇਗਾ, ਬੀ ਆਪਸ਼ਨ ਤੁਹਾਡਾ ਆਨਸਰ ਬਣ ਜਾਏਗਾ। ਤਾਂ ਹੋਪਫੁਲੀ ਤੁਹਾਨੂੰ ਗੱਲ ਕਲੀਅਰ ਹੈ। ਤੇ ਮੈਂ ਹੁਣ ਇੱਕ ਗੱਲ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਨਾ ਚਾਹੂੰਗਾ ਕਿ ਤੁਸੀਂ ਸਾਰੀਆਂ ਚੀਜ਼ਾਂ ਮੇਰੇ ਨਾਲ ਦੇਖੀਆਂ। ਇੱਕ ਪ੍ਰੀਵੀਅਸ ਈਅਰ ਦਾ ਪੇਪਰ ਵੀ ਤੁਸੀਂ, ਮੈਂ 10 ਕੁਐਸਚਨ ਉਹਦੇ ਤੁਹਾਡੇ ਨਾਲ ਡਿਸਕਸ ਕੀਤੇ ਨੇ, ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਚੱਲੀਆਂ ਨੇ। ਪਤਾ ਇਸ ਵਾਰੀ ਦਾ ਕੀ ਸਿਨੈਰੀਓ ਹੋ ਸਕਦਾ ਉਹ ਵੀ ਮੈਂ ਤੁਹਾਡੇ ਨਾਲ ਇੱਕ ਵਾਰੀ ਡਿਸਕਸ ਕਰ ਲਿਆ। ਤਾਂ ਉਮੀਦ ਕਰਦਾ ਤੁਹਾਨੂੰ ਸਾਰੀਆਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋਈਆਂ ਹੋਣੀਆਂ ਨੇ। ਤੇ ਅੱਜ ਦਾ ਇਹ ਲੈਕਚਰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡਾ ਲੈਕਚਰ ਚੰਗਾ ਲੱਗੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜੋ ਵੀ ਤੁਹਾਡੇ ਡਾਊਟ ਹੋਣਗੇ ਆਪਾਂ ਤੁਹਾਨੂੰ ਆਨਸਰ ਕਰਨਗੇ। ਤੇ ਉਮੀਦ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਸਬਸਕ੍ਰਾਈਬ ਕਰੋਗੇ, ਸਾਨੂੰ ਪਿਆਰ ਦਿਓਗੇ। ਸਾਡੀ ਤੁਹਾਡੇ ਤੇ ਇਹੀ ਉਮੀਦ ਹੈਗੀ ਆ। ਥੈਂਕ ਯੂ ਗਾਇਸ।